ਅੱਜ ਆਪਾਂ ਲੇਟ ਤੇ ਬਿਲਕੁਲ ਗਿੱਲਾ ਪੀਣ ਨਹੀਂ ਪਾਉਣਾ, ਸਿੱਧਾ ਖਬਰਾਂ ਦੀ ਤਫਸੀਲ ਤੁਹਾਨੂੰ ਦੱਸਾਂਗੇ। ਤੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ, ਇੰਦਰਪ੍ਰੀਤ ਜੀ। ਦੋਨਾਂ ਨੂੰ ਪਹਿਲਾਂ ਜੀ ਆਇਆਂ। ਰਸਮ ਤਾਂ ਨਿਭਾਈ ਲੈਣੀ ਚਾਹੀਦੀ, ਜੀ ਆਇਆਂ ਕਹਿ ਲਈਏ। ਜੀ ਆਇਆਂ ਜੀ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਦੇਖੋ, ਵਿਧਾਨ ਸਭਾ ਦੇ ਅੰਦਰ ਸਿਰਫ ਅਸੀਂ ਇਸ ਕਰਕੇ ਅੱਜ ਵੜਨਾ ਹੈ ਥੋੜੀ ਦੇਰ ਲਈ ਵੀ ਕੱਲ ਮੁੱਖ ਮੰਤਰੀ ਸੀਗੇ ਰੰਗ 'ਚ, ਤੇ ਜਿਹੜੀ ਉਹਨਾਂ ਮਿਰਜ਼ਾ ਗਾਲਬ ਦੀ ਹਾਸੇ ਠੱਠੇ 'ਚ ਲਾਪਾ ਕੀਤੀ, ਇੰਜ ਉਮੀਦ ਨਹੀਂ ਸੀ। ਤੇ ਦੂਜੀ ਗੱਲ, ਇੰਨਾ ਡਿਜ਼ਰਵ ਕਰਦੇ ਸੀ ਭਲਾ ਉਹ। ਦੂਜਾ, ਚੰਨੀ ਸਾਹਿਬ ਦੀ PhD ਨੌਲਤੀ। ਕਾਂਗਰਸੀਆਂ ਨੂੰ ਤਾਂ ਵੱਖੀਆਂ ਦੋਹਰੀਆਂ ਹੋ ਗਈਆਂ ਹੱਸਦਿਆਂ ਜਦੋਂ ਉਹ ਰਾਜਾ ਵੜਿੰਗ ਨੂੰ ਕਹਿੰਦੇ ਵੀ ਇਹ ਤਾਂ ਰੌਲਾ ਪਾਉਂਦੇ ਰਹੇ ਡੈਪੂਟੇਸ਼ਨ ਤੇ ਲੈਣ ਦਾ ਤੁਸੀਂ ਆਪਣਾ, ਤੇ ਚੰਨੀ ਸਾਹਿਬ ਦੀ PhD ਤੇ ਵੀ ਕਾਂਗਰਸ ਚੜੀ ਕਿੱਦਾਂ ਉਤਰੀ ਕਿੱਦਾਂ। ਗੱਲਾਂ ਬੜੀਆਂ ਐਮ ਨੇ ਕਰਦੇ ਆ ਤੁਹਾਡੇ ਨਾਲ। 4-5 ਮੁੱਦੇ ਬੜੇ ਐਮ ਛੇਤੀ ਛੇਤੀ ਦੱਸ ਦੇਣਾ। ਅਕਾਲੀਆਂ ਦਾ ਮੁੱਦਾ ਸੀ ਬੰਦੀ ਸਿੱਖਾਂ ਵਾਲਾ, ਉਠਾਇਆ ਖੈਰੇ ਨੇ। ਅਕਾਲੀ ਦਲ ਨਾਲ ਮੇਰੇ ਰੋਸੇ ਗਿਲੇ ਨੇ। ਇਹ ਗੱਲ ਰਿਕਾਰਡ ਤੇ ਲਿਆਉਣ ਦੀ ਕੀ ਲੋੜ ਸੀ ਮਨਪ੍ਰੀਤ ਇਆਲੀ ਨੂੰ, ਵਿਧਾਨ ਸਭਾ ਔਨ ਰਿਕਾਰਡ ਲਿਆਂਦੀ। ਅੱਛਾ, ਵੈਸੇ ਪਾਕਿਸਤਾਨ ਨਾਲ ਵਪਾਰ ਦਾ ਮੁੱਦਾ ਬੜਾ ਅਹਿਮ ਆ। ਜੇ ਬੰਬੇ ਤੋਂ ਗੁਜਰਾਤ ਤੋਂ ਹੋ ਸਕਦਾ, ਵਾਗਿਓ ਵੀ ਕਰ ਲੋ, 4 ਪੈਸੇ ਪੰਜਾਬ ਦੇ ਕਿਸਾਨ ਵੱਟ ਲੈਣਗੇ। ਪੁਲਿਸ ਬੈਂਡ ਉਪਲਬਧ ਆ ਮੁਕਤਸਰ ਵਾਲਾ, ਅੰਮ੍ਰਿਤਸਰ ਚ ਭਲਾ ਉਪਲਬਧ ਹੋਊਗਾ? ਇਹ ਪੁੱਛਦੇ ਆ। 2-3 ਖਬਰਾਂ ਜਿਹੜੀਆਂ ਆ ਤੈਮ ਕਿ ਇੱਕ ਵਾਰੀ ਕਿਸਾਨ ਫਿਰ ਦਿੱਲੀ ਚ ਰੀ-ਐਂਟਰ ਕਰਨਗੇ ਮਾਰਚ 13 ਨੂੰ। ਅਸਾਈ ਭਾਈਚਾਰੇ ਨੂੰ ਕੋਈ ਖਤਰਾ ਨਹੀਂ ਪੰਜਾਬ 'ਚ। ਇਹ ਪੰਜਾਬ ਦੇ ADGP ਹਾਈ ਕੋਰਟ 'ਚ ਐਫੀਡੇਵਿਟ ਦਿੰਦੇ ਆ। ਅੰਮ੍ਰਿਤਪਾਲ ਨੂੰ ਲੈ ਕੇ ਥੋੜੀ ਸਰਗਰਮੀ ਹੋਰ ਵਧੀਆ। ਉਹਨਾਂ ਦੇ ਸਾਥੀਆਂ ਦੇ 2 ਲਾਇਸੈਂਸ ਰੱਦ ਕੀਤੇ ਨੇ ਜੰਮੂ ਕਸ਼ਮੀਰ ਪੁਲਿਸ ਵੱਲੋਂ, ਸਰਕਾਰ ਵੱਲੋਂ। ਇਸੇ ਤਰੀਕੇ ਨਾਲ ਪ੍ਰਧਾਨ ਮੰਤਰੀ ਸਿਕਿਉਰਿਟੀ ਬ੍ਰੀਚ ਦੇ ਵਿੱਚ ਐਕਸ਼ਨ ਟੇਕਨ ਰਿਪੋਰਟ ਮੰਗੀ ਆ ਕੇਂਦਰ ਨੇ। ਆਪਣੇ ਬਿਜਲੀ ਦਾ ਸੰਕਟ ਕਾਫੀ ਗਹਿਰਾ ਹੋਣ ਵਾਲਾ, 8 ਦਿਨਾਂ 'ਚ 86 ਕਰੋੜ ਦੀ ਬਿਜਲੀ ਖਰੀਦੀ ਆ PSPCL ਨੇ। 22 ਤਰੀਕ ਨੂੰ, ਅਹਿਮ ਖਬਰ, 22 ਤਰੀਕ ਨੂੰ ਵਿਧਾਨ ਸਭਾ ਦੇ ਵਿੱਚ 2 ਘੰਟੇ ਬਹਿਸ ਹੋਊਗੀ ਨਸ਼ਿਆਂ ਦੇ ਮੁੱਦੇ ਤੇ। ਇਹ ਸਪੈਸ਼ਲ ਪ੍ਰਵਾਨਗੀ ਦਿੱਤੀ ਆ ਕੁਲਤਾਰ ਸਿੰਘ ਸੰਧਵਾ ਨੇ। ਚੰਗੀ ਗੱਲ ਆ। ED ਦੇ ਮਾਮਲੇ ਬੜੇ ਅਹਿਮ ਆ, ਕੁਝ ਹੋਰ ਲੋਕਾਂ ਨੂੰ ਜੱਦ ਚ ਲਿਆ। ਕੱਲ ਕੇ ਕਵਿਤਾ ਨੂੰ ਕਾਫੀ ਗ੍ਰਿਲ ਕੀਤਾ, ਉਹਨਾਂ ਨੂੰ ਅਰਨ ਪਿੱਲੇ ਦੇ ਸਾਹਮਣੇ ਬਿਠਾਇਆ। ਔਰ ਜ਼ੀਰਾ ਪ੍ਰੋਟੈਸਟ ਮਾਮਲੇ ਦੇ ਵਿੱਚ ਇੱਕ ਵਾਰੀ ਫਿਰ ਗੱਲ ਆ ਰਹੀ ਆ ਕਿ ਉਹ ਬੈਠੇ ਸੋਚ ਰਹੇ ਆ, ਕੋਈ ਨੋਟੀਫਿਕੇਸ਼ਨ ਤੇ ਹੋਇਆ ਨਹੀਂ, ਮੋਰਚਾ ਦੁਬਾਰਾ ਢੰਗ ਨਾਲ ਲਾ ਲਈਏ। ਇੱਕ ਗਿਲਾ ਕਰਨਾ, ਆ ਲੋ ਸੁੱਟ ਤੇ ਕਾਗਜ਼ ਸਾਰੇ। ਵੈਸੇ ਭਾਸਕਰ ਸਾਹਿਬ, ਗਿਲਾ ਕੈਪਟਨ ਅਮਰਿੰਦਰ ਸਿੰਘ ਨਾਲ, ਉਹ ਕੱਲਿਆਂ ਹੀ ਜਨਮ ਦਿਨ ਮਨਾ ਲਿਆ। ਏਡਾ ਫਾਰਮ ਹਾਊਸ, ਉਹ ਸਾਨੂੰ ਸੱਦ ਲੈਂਦੇ, ਉਹ ਭੰਗੜਾ ਪਾਉਂਦੇ, ਪਤਾ ਲੈਂਦੇ ਸਿਆਸੀ ਦ੍ਰਿਸ਼ ਕੀ ਆ ਪੰਜਾਬ ਦਾ। ਪਹਿਲਾਂ ਮੈਨੂੰ ਭਾਸਕਰ ਸਾਹਿਬ ਦੱਸਿਓ, ਤੁਹਾਡੇ ਮਿਰਜ਼ਾ ਗਾਲਬ 9 ਬਜਟ ਪੇਸ਼ ਕਰ ਗਏ, ਕਹਿੰਦੇ ਪਤਾ ਹੀ ਨਹੀਂ ਕਿਸ ਨੂੰ ਚੱਲਿਆ। ਇਹ ਸ਼ੇਰੋ ਸ਼ਾਇਰੀ ਦੇ ਉੱਤੇ ਭਗਵੰਤ ਮਾਨ ਚੜ ਗਏ। ਇੱਥੋਂ ਗੱਲ ਤੋਰੋ ਜਰਾ। ਰੰਧਾਵਾ ਜੀ, ਕੱਲ ਬਜਟ ਦੇ ਉੱਤੇ ਭਗਵੰਤ ਮਾਨ ਮੁੱਖ ਮੰਤਰੀ ਉਹਨਾਂ ਸਪੀਚ ਦੇ ਰਹੇ ਸੀਗੇ, ਤੇ ਉਹਨਾਂ ਦੇ ਵਿੱਚ ਕੱਲ ਉਸ ਜੁਗਨੂ ਦੀ ਰੂਹ ਵੀ ਨਜ਼ਰ ਆਉਂਦੀ ਸੀ, ਕਿਉਂਕਿ ਬੜੀ ਇੰਟਰਸਟਿੰਗ ਦੀ ਸਪੀਚ ਸੀ ਉਹਨਾਂ ਦੀ। ਉਹਨਾਂ ਨੇ ਕਿਹਾ ਵੀ ਮਨਪ੍ਰੀਤ ਬਾਦਲ ਉਹਨਾਂ ਦਾ ਨਾਂ ਲਿੱਤੇ ਬਗੈਰ, ਉਹ ਕਹਿੰਦੇ ਵੀ ਇੱਕ ਜਿਹੜੇ ਵਿੱਤ ਮੰਤਰੀ ਸੀਗੇ 9 ਬਜਟ ਪੇਸ਼ ਕਰ ਗਏ, ਪਰ ਸਾਨੂੰ ਅੱਜ ਤੱਕ ਸਮਝ ਨਹੀਂ ਆਇਆ ਉਹ ਕਹਿੰਦੇ ਕੀ ਸੀਗੇ। ਉਹ ਕਹਿੰਦੇ ਆਪਣੀ ਸਪੀਚ ਸ਼ੁਰੂ ਕਰਦੇ ਸੀਗੇ ਕਿ ਪੰਜਾਬ ਦੀ ਧਰਤੀ ਲਹੂ ਮੰਗਦੀ ਹੈ। ਉਹਨੂੰ ਕਹਿੰਦੇ ਲਹੂ, ਇੰਨੀ ਭਾਰੀ ਭਾਰੀ ਗੱਲਾਂ ਇਹ ਕਿੱਥੇ ਤੱਕ ਚਲੀ ਜਾਂਦੀ ਸੀ। ਫਿਰ ਹੋਰ ਤੰਜ ਕੱਸਦੇ ਹੋਏ ਉਹਨਾਂ ਨੇ ਕਿਹਾ ਕਿ ਨੀਲੀ ਪੱਗ, ਪੱਗਾਂ ਦਾ ਕਲਰ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਡਿਫਾਈਨ ਕੀਤਾ। ਕਹਿੰਦੇ ਨੀਲੀ ਪੱਗ ਦੇ ਵਿੱਚ ਉਹਨਾਂ ਨੇ ਟ੍ਰੇਨਿੰਗ ਲਿੱਤੀ ਸੀਗੀ। ਫਿਰ ਹੋ ਗਈ ਪੀਲੀ, ਯਾਨੀ PPP ਦੀ। ਫਿਰ ਉਸ ਤੋਂ ਬਾਅਦ ਚਿੱਟੀ, ਯਾਨੀ ਕਾਂਗਰਸ। ਤੇ ਫਿਰ ਉਸ ਤੋਂ ਬਾਅਦ ਹੁਣ ਕੇਸਰੀ, ਜਿਹਨੂੰ ਆਪਾਂ ਅੰਗਰੇਜ਼ੀ 'ਚ ਸੈਫਰਨ ਕਹਿੰਦੇ ਆ, ਹੁਣ ਭਾਜਪਾ ਹੀ ਹੋ ਗਏ। ਉਹ ਕਹਿੰਦੇ ਨੇ ਆਪਣੀ ਸਪੀਚ ਦੇ ਵਿੱਚ ਉਹ ਸ਼ੇਰੋ ਸ਼ਾਇਰੀ ਇੰਨੀ ਹੈਵੀ ਕਰਦੇ ਸੀਗੇ, ਇੱਥੇ ਤੱਕ ਕਿ ਉਹ ਜਦ ਆਪਣੀ ਸਪੀਚ ਦਿੰਦੇ ਸੀ ਉੱਥੇ ਤੇ ਫਿਲਿਸਤੀਨ ਦਾ ਨਾਂ ਹੁੰਦਾ ਸੀਗਾ, ਇਜ਼ਰਾਈਲ ਦੀ ਗੱਲਾਂ ਹੁੰਦੀ ਸੀਗੀ, ਫਰਾਂਸ ਦੀ ਕ੍ਰਾਂਤੀ ਦੀ ਗੱਲਾਂ ਹੁੰਦੀ ਸੀਗੀ, ਮਿਰਜ਼ਾ ਗਾਲਿਬ ਦੇ ਸ਼ੇਰ ਹੁੰਦੇ ਸੀਗੇ, ਤੇ ਅਲਾਮਾ ਇਕਬਾਲ ਉਹਨਾਂ ਦੀ ਉਹ ਗੱਲਾਂ, ਜਿਹੜੀ ਬਹੁਤ ਘੱਟ ਬੰਦਿਆਂ ਨੂੰ, ਖਾਸ ਕਰਕੇ ਵਿਧਾਨ ਸਭਾ ਦੇ ਵਿੱਚ ਵੀ, ਵਿਧਾਨ ਸਭਾ ਦੇ ਬਾਹਰ ਵੀ ਸਮਝ ਆਉਂਦੀ ਸੀ। ਪਰ ਏਦਾਂ ਲੱਗਦਾ ਸੀਗਾ ਵੀ ਕੋਈ ਭਾਰੀ ਭਰਕਮ ਜੀ ਪੇਸ਼ ਚੀਜ਼ ਕਰ ਰਹੇ ਨੇ। ਹੁਣ PPP ਤੁਹਾਨੂੰ ਯਾਦ ਹੋਏਗਾ, ਭਗਵੰਤ ਮਾਨ ਉਹਨਾਂ ਨੇ ਵੀ ਜੁਆਇਨ ਕੀਤੀ ਸੀ, ਔਰ ਕਦੀ ਇਹ ਵੀ ਮੰਨਿਆ ਜਾਂਦਾ ਸੀਗਾ ਵੀ ਮਨਪ੍ਰੀਤ ਬਾਦਲ ਉਹਨਾਂ ਦੇ ਸਭ ਤੋਂ ਖਾਸ ਬੰਦੇ ਭਗਵੰਤ ਮਾਨ ਹੈਗੇ ਨੇ। ਔਰ ਭਗਵੰਤ ਮਾਨ ਉਹਨਾਂ ਨੇ ਅੰਦਰ ਦੀ ਉਹ ਵੀ ਗੱਲਾਂ ਕੀਤੀ ਕਿ ਵੀ ਕਾਂਗਰਸ ਦੀ ਤਰਫ ਇਸ਼ਾਰਾ ਕਰਕੇ ਕਹਿੰਦੇ ਰਾਜਾ ਵੜਿੰਗ ਉਹਨਾਂ ਕਹਿੰਦੇ ਰਹਿ ਗਏ ਵੀ ਇਹਨੂੰ ਨਾ ਦੋ ਵਿੱਤ ਮੰਤਰਾਲਿਆ, ਸਾਡੇ ਉੱਤੇ ਹੋਰ ਬੋਝ ਪੈ ਜਾਣ, ਪਰ ਕਿਸੇ ਨੇ ਨਹੀਂ ਮੰਨੀ। ਹੁਣ ਗੱਲ ਤੇ ਸੁਖਜਿੰਦਰ ਰੰਧਾਵਾ ਦੀ ਵੀ ਕੀਤੀ। ਇਹਨਾਂ ਨੇ ਵੀ ਕਿਹਾ ਵੀ ਅਸੀਂ ਟਕਸਾਲੀ, ਸਾਨੂੰ ਦੋ ਜੋ ਕੁਝ ਦੇਣਾ ਵਿੱਤ ਮੰਤਰਾਲਿਆ ਅਸੀਂ ਸੰਭਾਲਾਂਗੇ, ਪਰ ਨਹੀਂ। ਉਹ ਫਿਰ ਚਿੱਟੀ ਪੱਗ 'ਚ ਜਿਹੜੇ ਮਨਪ੍ਰੀਤ ਬਾਦਲ ਉਹਨਾਂ 9 ਬਜਟ ਪੇਸ਼ ਕਰ ਗਏ, ਉਹਨਾਂ ਬਜਟ ਦੀ ਗੱਲ ਕੱਲ ਭਗਵੰਤ ਮਾਨ ਉਹਨਾਂ ਸਪੀਚ ਦੇ ਵਿੱਚ ਕਹਿ ਰਹੇ ਸੀਗੇ।
ਫਿਰ ਗੱਲ ਆਈ ਚੰਨੀ ਉਹਨਾਂ ਦੀ। ਹੂੰ ਚੰਨੀ ਉਹਨਾਂ ਦੀ ਗੱਲ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਵੀ ਚੰਨੀ ਉਹਨਾਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਉੱਤੇ ਆਬਜੈਕਸ਼ਨ ਲਾਇਆ ਸੀ ਕਾਂਗਰਸੀਆਂ ਨੇ ਕਿ ਤੁਸੀਂ ਪ੍ਰਿੰਸੀਪਲਸ ਨੂੰ ਟ੍ਰੇਨਿੰਗ ਵਾਸਤੇ ਸਿੰਗਾਪੁਰ ਕਿਉਂ ਭੇਜ ਰਹੇ ਹੋ, ਅਮਰੀਕਾ ਕਿਉਂ ਨਹੀਂ ਭੇਜਦੇ। ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਆਪਣੇ ਪ੍ਰਿੰਸੀਪਲ ਨੂੰ ਭੇਜਿਆ ਸੀ, ਯਾਨੀ ਚੰਨੀ ਉਹਨਾਂ ਨੂੰ ਭੇਜਿਆ ਸੀਗਾ ਅਮਰੀਕਾ, ਉੱਥੇ ਕਹਿੰਦੇ PhD ਵੀ ਕਰਕੇ ਆਏ ਨੇ, ਔਰ PhD ਦਾ ਉਹਨਾਂ ਦਾ ਸਬਜੈਕਟ ਸੀਗਾ ਕਾਂਗਰਸ ਦੀ ਹਾਰ ਦੇ ਕਾਰਨ। ਮੈਨੂੰ ਇਹ ਲੱਗਦਾ ਹੈ ਕਿ ਵੀ ਕਾਂਗਰਸ ਦੀ ਹਾਰ ਦੇ ਕਾਰਨ ਕੀ ਸੀਗੇ, ਇਸ ਨੂੰ ਲੱਭਣ ਤੋਂ ਪਹਿਲੇ ਚੰਨੀ ਉਹਨਾਂ ਆਪ ਇੱਕ ਵੱਡੇ ਕਾਰਨ ਸੀਗੇ। ਇਸ ਗੱਲ ਦਾ ਜ਼ਿਕਰ ਸਿੱਧੇ ਤੌਰ ਤੇ ਨਹੀਂ ਕੀਤਾ, ਪਰ ਅਸਿੱਧੇ ਤੌਰ ਤੇ ਇੰਡੀਕੇਸ਼ਨ ਭਗਵੰਤ ਮਾਨ ਉਹਨਾਂ ਦਾ ਉੱਥੇ ਹੀ ਸੀਗਾ। ਹੁਣ ਗੱਲ ਅੱਗੇ ਤੁਰ ਰਹੀ ਹੈ, ਔਰ ਕੱਲ ਕਾਂਗਰਸੀ ਜਦ ਇਹ ਭਗਵੰਤ ਮਾਨ ਉਹਨਾਂ ਦੀ ਸਪੀਚ ਸੁਣ ਰਹੇ ਸੀਗੇ, ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ, ਕਿਉਂਕਿ ਬਾਜਵਾ ਸਾਹਿਬ ਕਾਫੀ ਵਿਰੋਧ ਕਰਦੇ ਹੁੰਦੇ ਆ ਭਗਵੰਤ ਮਾਨ ਉਹਨਾਂ ਦੀ ਉਹਨਾਂ ਤਮਾਮ ਗੱਲਾਂ ਦਾ। ਉਹ ਵੀ ਹਾਸੇ ਠੱਟੇ ਦੇ ਵਿੱਚ ਪੂਰੀ ਸਪੀਚ ਨੂੰ ਉਹ ਜੁਗਨੂ ਦੀ ਸਪੀਚ ਸਮਝ ਕੇ ਹੱਸਦੇ ਹੀ ਰਹੇ। ਔਰ ਇਹ ਬੜਾ ਇੱਕ ਸੀਨ ਕੱਲ ਬੜਾ ਮਜ਼ੇਦਾਰ ਸੀਗਾ। ਬਜਟ ਦੀ ਟੈਨਸ਼ਨ, ਬਜਟ ਦੇ ਐਲੀਗੇਸ਼ਨ, ਕਾਊਂਟਰ ਐਲੀਗੇਸ਼ਨ, ਉਹਨਾਂ ਸਾਰੀਆਂ ਗੱਲਾਂ ਤੋਂ ਪਰੇ ਕੱਲ ਵਿਧਾਨ ਸਭਾ ਦਾ ਸੈਸ਼ਨ ਇੱਕ ਐਂਟਰਟੇਨਮੈਂਟ ਸੈਸ਼ਨ ਦੇ ਰੂਪ ਵਿੱਚ ਵੀ ਨਜ਼ਰ ਆਇਆ। ਦੇਖੋ, ਦੋ ਪਹਿਲੂ ਨੇ ਇਹਦੇ। ਇੱਕ ਤਾਂ ਇਹਦੇ ਚ ਵਿਅੰਗ ਸੀ, ਬੜੀ ਤਲਖ ਟਿੱਪਣੀਆਂ ਸੀਗੀਆਂ, ਵਿਅੰਗ ਚ ਘੋਲ ਕੇ ਦਿੱਤੀਆਂ ਗਈਆਂ, ਤੇ ਕੁਝ ਚੀਜ਼ਾਂ ਐਸੀਆਂ ਸੀ ਜਿੱਦਾਂ ਚੰਨੀ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਕਹਿੰਦੇ ਹੁਣ ਵੀ ਧਰਮ ਨੂੰ ਲਿਆ ਕੇ ਵਿੱਚ ਬਹਿ ਗਏ ਵੀ ਜਿਸ ਦਿਨ ਮੈਂ ਵਿਧਾਨ ਸਭਾ 'ਚ ਕਿਹਾ ਸੀ ਚੰਨੀ ਦਾ ਨਾਂ ਲਿਆ ਸੀ, ਉਸ ਤੋਂ ਪਹਿਲਾਂ ਤਾਂ LOC ਜਾਰੀ ਹੋ ਚੁੱਕੀ ਸੀ ਤੇ ਮੈਂ ਕੌਣ ਹੁੰਨਾ ਕਿਸੇ ਦੀ। ਲੇਕਿਨ ਦੂਜੀ ਗੱਲ ਜਿਹੜੀ ਬਹੁਤ ਅਹਿਮ ਆ ਕਿ ਭਗਵੰਤ ਮਾਨ ਅੰਦਰੋਂ ਤੇ ਬਾਹਰੋਂ ਕਿਹੋ ਜਿਹਾ ਪਤਾ ਨਹੀਂ, ਪਰ ਉਹਨਾਂ ਜਿਹੜੇ ਕੰਸਰਨ, ਜਿਹੜੇ ਸਰੋਕਾਰ ਸ਼ੋਅ ਕੀਤੇ ਆ, ਜਿਹੜੇ ਉਹਨਾਂ ਦੀ ਸਪੀਚ ਦਾ ਸੰਦਰਭ ਸੀ, ਉਹ ਪੰਜਾਬ ਦੀ ਦੁਖਾਂਤ ਹੋਣੀ ਸੀ। ਔਰ ਜੇ ਕੱਲ ਵੀ ਤੁਸੀਂ ਦੇਖੋ, ਕਹਿੰਦੇ ਅਸੀਂ ਬਹੁਤ ਗਰੀਬ ਬੰਦਿਆਂ ਲਈ ਸੋਚ ਰਹੇ ਹਾਂ, ਬਹੁਤ ਗਰੀਬ। ਹੁਣ ਕਿੱਦਾਂ ਅਗਲੇ ਦਿਨਾਂ ਦੇ ਵਿੱਚ ਇਹਨੂੰ ਰੂਪਾਂਤਰਨ ਇਹਦਾ ਕਿਵੇਂ ਹੋਊਗਾ, ਇਹ ਕਿਸ ਤਰੀਕੇ ਨਾਲ ਨਜ਼ਰ ਆਊਗਾ, ਇਹ ਤਾਂ ਦੇਖਣਾ ਹੋਊਗਾ। 1 ਸਾਲ ਦੇ ਵਿੱਚ ਤਾਂ ਮੇਰੇ ਖਿਆਲ ਉਹ ਵਿਵਾਦਾਂ 'ਚ ਹੀ ਫਸ ਰਹੇ, ਤੇ ਅਗਲੇ ਮਹੀਨੇ ਦੇ ਵਿੱਚ ਉਹਨਾਂ ਨੂੰ ਫਿਰ ਇਲੈਕਸ਼ਨ 'ਚ ਜਾਣਾ ਪੈ ਰਿਹਾ, ਫਿਰ ਮਿਊਨਿਸਪਲ ਕਾਰਪੋਰੇਸ਼ਨ ਦੀਆਂ। ਜੇ ਸਿਰਫ ਚੋਣਾਂ ਨੂੰ ਸੋਚ ਕੇ ਚੱਲੋਗੇ ਫਿਰ ਥੋੜਾ ਔਖਾ ਹੈ, ਪਰ ਜੇ ਭਗਵੰਤ ਮਾਨ ਆਪਣੇ ਲਫ਼ਜ਼ਾਂ ਨੂੰ ਅਮਲਾਂ 'ਚ ਲਿਆਉਣਗੇ ਤਾਂ ਪੰਜਾਬ ਨੂੰ ਇੱਕ ਬਿਹਤਰ ਰਾਹ ਮਿਲ ਸਕਦਾ। ਜੇ ਕੱਲ ਦੀ ਸਪੀਚ, ਨਹੀਂ ਤੇ ਲੋਕ ਫਿਰ ਸਪੀਚ ਕੱਢ ਕੇ ਹੀ ਦਿਖਾਉਂਦੇ ਹੁੰਦੇ ਆ, ਜਿੱਦਾਂ ਅਨਮੋਲ ਗਗਨਮਾਨ ਦੀ ਸਪੀਚ ਇੱਕ ਪਾਸੇ ਲਾ ਦਿੰਦੇ ਪੁਰਾਣੀ ਕਿ 5 ਮਿੰਟਾਂ ਦੇ ਵਿੱਚ ਸਾਰਾ ਕੁਝ ਕਰ ਦਿਆਂਗੇ, ਤੇ ਬਾਅਦ ਚੋਂ ਕਹਿੰਦੇ ਨਹੀਂ ਉਦੋਂ ਮੇਰਾ ਤਜਰਬਾ ਘੱਟ ਸੀ। ਇੰਦਰਪ੍ਰੀਤ ਜੀ, ਅੰਦਰ ਕੁਝ ਹੋਰ ਜਿਹੜੀਆਂ ਬਹੁਤ ਅਹਿਮ ਗੱਲਾਂ ਹੋਈਆਂ, ਸੰਖੇਪ ਦੇ ਵਿੱਚ ਇੱਕ ਇੱਕ ਕਰਕੇ ਉਹਨਾਂ ਤੋਂ ਜਰਾ ਪਰਦਾ ਚੱਕ ਦਿਓ, ਜਿਹੜੀਆਂ ਗੱਲਾਂ ਬਹੁਤ ਅਹਿਮ ਰਹੀਆਂ ਸਦਨ 'ਚ, ਫਿਰ ਆਪਾਂ ਅਗਲੇ ਅਹਿਮ ਮਾਮਲਿਆਂ ਵੱਲ ਚੱਲਦੇ। ਰੰਧਾਵਾ ਸਾਹਿਬ, ਵੈਸੇ ਤਾਂ ਦੇਖੋ ਇਹ ਕੱਲ ਇੱਕ ਅਨਯੂਜ਼ਲ ਜਿਹਾ ਸੀ ਜੋ ਸੀਐਮ ਨੇ ਜੋ ਵੀ ਆਪਣਾ ਭਾਸ਼ਣ ਦਿੱਤਾ, ਕਿਉਂਕਿ ਆਮ ਤੌਰ ਤੇ ਜਿਹੜੇ ਸੀਐਮ ਹੈਗੇ ਆ ਉਹ ਬਜਟ ਦੇ ਉੱਤੇ ਨਹੀਂ ਬੋਲਦੇ ਹੁੰਦੇ, ਕਦੇ ਵੀ ਨਹੀਂ ਬੋਲਦੇ ਹੁੰਦੇ। ਮੈਂ ਮਤਲਬ ਹੁਣ ਮੈਨੂੰ ਵੀ 20 ਸਾਲ ਹੋ ਗਏ ਇੱਥੇ ਬਜਟ ਕਵਰ ਕਰਦੇ ਨੂੰ, ਪਰ ਮੈਂ ਅੱਜ ਤੱਕ ਨਹੀਂ ਦੇਖਿਆ ਕਦੇ ਸੀਐਮ ਕਿਸੇ ਬਜਟ ਦੇ ਉੱਤੇ ਸਿਰਫ ਇੱਕ ਅੱਧ ਕੋਈ ਟਿੱਪਣੀ ਜ਼ਰੂਰ ਹੁੰਦੀ ਹੈ ਕਿਸੇ ਵੀ ਇਸ਼ੂ ਨੂੰ ਲੈ ਕੇ, ਵੀ ਕੋਈ ਖਾਸ ਇਹੋ ਜਿਹਾ ਇਸ਼ੂ ਹੋਵੇ ਜਿਸ ਤੇ ਫੈਸਲਾ ਹੀ ਸੀਐਮ ਨੇ ਕਰਨਾ ਹੋਵੇ, ਤਾਂ ਵੀ ਵਿੱਤ ਮੰਤਰੀ ਨਾ ਕਰ ਪਾਉਂਦਾ ਹੋਵੇ, ਉਹਦੀ ਸਥਿਤੀ ਨਾ ਹੋਵੇ, ਤਾਂ ਉਹ ਜੀ ਕੋਈ ਟਿੱਪਣੀ ਤਾਂ ਜ਼ਰੂਰ ਕਰ ਦਿੰਦੇ ਆ। ਪਰ ਤੁਸੀਂ ਦੇਖੋ ਵੀ ਕਦੇ ਉਹ ਬੋਲਦੇ ਨਹੀਂ ਹੈ, ਪੂਰੀ ਡਿਬੇਟ ਨਹੀਂ ਕਰਦੇ, ਜਿਸ ਤਰ੍ਹਾਂ ਕੱਲ ਭਗਵੰਤ ਮਾਨ ਹੋਰਾਂ ਨੇ ਕੀਤੀ। ਮੈਨੂੰ ਲੱਗਦਾ ਕਿ ਟੋਟਲ ਪੋਲੀਟੀਕਲ ਡਿਬੇਟ ਸੀ ਉਹਨਾਂ ਦੀ ਜਿਹੜੀ ਉਹਨਾਂ ਨੇ ਕੀਤੀ ਹੈਗੀ ਹੈ। ਠੀਕ ਹੈ, ਮਨਪ੍ਰੀਤ ਬਾਦਲ ਹੋਰਾਂ ਕੋਲ ਇੱਕ ਆਪਣਾ ਅਲੱਗ ਤਰ੍ਹਾਂ ਦਾ ਤਜਰਬਾ ਹੈ, ਉਹ ਸ਼ੇਰੋ ਸ਼ਾਇਰੀਆਂ ਦੇ ਵਿੱਚ ਜਿਹੜਾ ਸੁਣਾ ਕੇ ਗੱਲਾਂ ਕਰਦੇ ਨੇ, ਔਰ ਭਗਵੰਤ ਮਾਨ ਜਿਹੜੇ ਹੈਗੇ ਉਹ ਚੁਟਕਲੇ ਜੇ ਸੁਣਾ ਕੇ ਉਹਨਾਂ ਨੇ ਚੁਟਕਲਿਆਂ ਦੇ ਰੂਪ 'ਚ ਇੱਕ ਪੇਸ਼ ਕਰਤਾ ਉਹਨਾਂ ਨੇ। ਪਰ ਹਾਲਾਤ ਪੰਜਾਬ ਦੇ ਚੇਂਜ ਹੋਣਗੇ ਇਹਦਾ ਮੈਨੂੰ ਬਹੁਤ ਵਹਿਮ ਹੈ, ਮੈਨੂੰ ਹਜੇ ਇੱਕ ਕਿ ਚੇਂਜ ਇਹਦੇ 'ਚ ਕੁਝ ਹੋਏਗਾ, ਕਿਉਂਕਿ ਕੱਲ ਜਿਹੜਾ ਇੱਕ ਇਸ਼ੂ ਮਤਲਬ ਸੁਖਪਾਲ ਖਹਿਰਾ ਹੋਰਾਂ ਨੇ ਉਠਾਇਆ ਉਹ ਸੀਗਾ ਪਾਕਿਸਤਾਨ ਨਾਲ ਵਪਾਰ ਖੋਲਣ ਦਾ, ਕਿਉਂਕਿ ਉਸ ਤੇ ਸੀਐਮ ਨੇ ਬਿਲਕੁਲ ਡਿਫਰੈਂਟ ਲਾਈਨ ਲਿੱਤੀ ਹੋਈ ਹੈ ਜਿਹੜੀ ਕਿ ਪੰਜਾਬ ਨੂੰ ਸੂਟ ਨਹੀਂ ਕਰਦੀ ਹੈਗੀ। ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਇਸੇ ਪ੍ਰੋਗਰਾਮ 'ਚ ਕਿਹਾ ਸੀਗਾ ਕਿ ਸਵਾਲ ਪਾਕਿਸਤਾਨ ਨਾਲ ਵਪਾਰ ਖੋਲਣ ਦਾ ਨਹੀਂ ਹੈ, ਸਵਾਲ ਇਹ ਗੇਟ ਖੋਲਣ ਦਾ ਹੈ ਤਾਂ ਕਿ ਅਸੀਂ ਮਿਡਲ ਈਸਟ ਤੱਕ ਦੇ ਦੇਸ਼ਾਂ ਦੇ ਵਿੱਚ ਅਸੀਂ ਜਾ ਸਕੀਏ, ਜਿੱਥੇ ਸਰਦੀਆਂ ਦੇ ਵਿੱਚ ਬਹੁਤ ਸਾਰੀ ਬਰਫ਼ ਪੈਂਦੀ ਹੈ ਤੇ ਢਕੇ ਰਹਿੰਦੇ ਹੈ, ਉਹਨਾਂ ਨੂੰ ਬਹੁਤ ਲੋੜ ਹੈ ਸਾਡੀ ਚੀਜ਼ਾਂ ਦੀ, ਤੇ ਅਸੀਂ ਔਰ ਪੰਜਾਬ ਫੀਡ ਕਰਨ ਦੇ ਕਾਬਲ ਹੈ, ਕਿਉਂਕਿ ਥੱਲੇ ਹੁਣ ਜਿੰਨੀਆਂ ਸਟੇਟਾਂ ਰਹਿ ਗਈਆਂ ਉਹ ਸਾਰੀਆਂ ਹੁਣ ਆਪਣੇ ਆਪਣੇ ਸੈਲਫ ਡਿਪੈਂਡੈਂਟ ਹੁੰਦੀਆਂ ਜਾ ਰਹੀਆਂ ਨੇ, ਤੇ ਪੰਜਾਬ ਹੁਣ ਇਹ ਅਫੋਰਡ ਨਹੀਂ ਕਰ ਸਕਦਾ ਕਿ ਉਹ ਇਹਨਾਂ ਦੇ ਉੱਤੇ ਹੀ ਨਿਰਭਰ ਰਹੇ। ਤਾਂ ਇਹ ਗੇਟ ਖੁੱਲ੍ਹਣੇ ਸਾਡੇ ਲਈ ਬਹੁਤ ਇੰਪੋਰਟੈਂਟ ਹੈ, ਜਿਹੜਾ ਉਹਨਾਂ ਨੇ ਇਸ਼ੂ ਉਠਾਇਆ, ਔਰ ਉਹਨਾਂ ਨੇ ਕਿਹਾ ਵੀ ਸਾਨੂੰ ਇਸ ਤੇ ਬਹਿਸ ਵੀ ਕਰਨੀ ਚਾਹੀਦੀ। ਔਰ
ਮਿਲ ਕੇ ਪ੍ਰਧਾਨ ਮੰਤਰੀ, ਸਾਰੀ ਪਾਰਟੀਆਂ ਮਿਲ ਕੇ ਪ੍ਰਧਾਨ ਮੰਤਰੀ ਕੋਲ ਜਾਣਾ ਵੀ ਚਾਹੀਦਾ। ਉਹਨਾਂ ਨੇ ਇੱਕ ਹੋਰ ਵੀ ਇਸ਼ੂ ਉਠਾਇਆ ਇਸ ਦੇ ਵਿੱਚ ਹੀ ਕਿ ਕੀ ਇਹ ਆਮ ਆਦਮੀ ਪਾਰਟੀ ਦੀ ਲਾਈਨ ਹੈ ਕਿ ਆਪਾਂ ਨੇ ਇਹ ਬੰਦ ਰੱਖਣਾ ਹੈ, ਕਿਉਂਕਿ ਇਹ ਭਾਜਪਾ ਦੀ ਲਾਈਨ ਤਾਂ ਹੈ। ਉਹ ਸਾਨੂੰ ਕਹਿੰਦਾ ਵੀ ਸਿੱਖਾਂ ਨੂੰ ਖਾਸ ਤੌਰ ਤੇ ਡਰਾਉਂਦੇ ਰਹਿੰਦੇ ਹੈ, ਉਹਨਾਂ ਨੂੰ ਅੱਤਵਾਦੀ ਦੇ ਤੌਰ ਤੇ ਪੇਸ਼ ਕਰਦੇ ਰਹਿੰਦੇ ਹੈ, ਪਰ ਇਹ ਆਮ ਆਦਮੀ ਪਾਰਟੀ ਦੀ ਕੀ ਲਾਈਨ ਹੈ? ਕਿਉਂਕਿ ਉਸ ਟਾਈਮ ਚੀਫ ਮਿਨਿਸਟਰ ਸਦਨ 'ਚ ਮੌਜੂਦ ਨਹੀਂ ਸੀ, ਇਸ ਕਰਕੇ ਉਸ ਲੈਵਲ ਤੇ ਉੱਤੇ ਜਵਾਬ ਦੇਣ ਵਾਲਾ ਵੀ ਕੋਈ ਨਹੀਂ ਸੀ। ਹਾਂ, ਕੁਲਦੀਪ ਸਿੰਘ ਧਾਲੀਵਾਲ ਹੋਰਾਂ ਨੇ ਜ਼ਰੂਰ ਉਹਨਾਂ ਤੋਂ ਪੁੱਛਿਆ, ਖਹਿਰਾ ਹੋਰਾਂ ਤੋਂ, ਕਿ ਕੀ ਤੁਹਾਡੀ ਲਾਈਨ ਹੈ ਕਾਂਗਰਸ ਦੀ, ਯਾਨੀ ਕਿ ਲਾਈਨ ਹੈ ਇਹਨੂੰ ਖੋਲਣਾ? ਉਤੇ ਖਹਿਰਾ ਸਾਹਿਬ ਜਵਾਬ ਨਹੀਂ ਦੇ ਸਕੇ, ਜਦਕਿ ਉਹ ਬਹੁਤ ਆਸਾਨੀ ਨਾਲ ਕਹਿ ਸਕਦੇ ਸੀ ਵੀ ਹਾਂ ਕਾਂਗਰਸ ਦੀ ਇਹ ਲਾਈਨ ਹੈ। ਔਰ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੇ ਵਿੱਚ ਇੱਥੇ ਜਿਹੜਾ ਅੰਮ੍ਰਿਤਸਰ ਦੇ ਵਿੱਚ ICP ਬਣਿਆ ਸੀ, ਉਹ ਇਸੇ ਲਈ ਹੀ ਬਣਿਆ ਸੀਗਾ। 250 ਕਰੋੜ ਰੁਪਏ ਉਸ ਤੇ ਖਰਚ ਹੋਇਆ, ਵੱਡੇ ਵੱਡੇ ਸਕੈਨਰਸ ਲਗਾਏ ਗਏ ਹੈ, ਵਪਾਰ ਖੋਲਣ ਵਾਸਤੇ ਹੀ ਸੀ। ਔਰ ਤੁਸੀਂ ਦੇਖੋ ਕਿ ਅੱਜ 5000 ਕਰੋੜ ਰੁਪਏ ਦਾ ਸਾਡਾ ਵਪਾਰ ਜਿਹੜਾ ਹੈਗਾ ਉਹ ਪ੍ਰਭਾਵਿਤ ਹੋ ਰਿਹਾ। ਅੰਮ੍ਰਿਤਸਰ ਦਾ ਤਾਂ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ, ਜਿਹੜਾ ਇੱਥੋਂ ਅਸੀਂ ਮਿਡਲ ਈਸਟ ਦੇ ਕੰਟਰੀਜ਼ ਨੂੰ ਜਾਂ ਪਾਕਿਸਤਾਨ ਨੂੰ ਭੇਜਦੇ ਸੀ। ਸਵਾਲ ਇਹ ਵੀ ਹੈਗਾ ਕਿ ਵੀ ਜੇ ਤਾਂ ਉਹਨਾਂ ਨਾਲ ਸਾਡੀ ਲੜਾਈ ਹੋਈ ਹੈ, ਫਿਰ ਤਾਂ ਪਾਕਿਸਤਾਨ ਤੋਂ ਮੁੰਬਈ ਕਰਾਚੀ ਵਾਲਾ ਵੀ ਗੇਟ ਬੰਦ ਕਰਨਾ ਚਾਹੀਦਾ, ਫਿਰ ਉੱਥੇ ਵਪਾਰ ਕਿਉਂ ਹੋ ਰਿਹਾ? ਇਹ ਵਪਾਰ ਨੂੰ ਕੱਲਾ ਉਹਦੇ ਨਾਲ ਡਰੱਗਸ ਨਾਲ ਜਾਂ ਅੱਤਵਾਦ ਨਾਲ ਨਹੀਂ ਦੇਖਣਾ ਚਾਹੀਦਾ। ਵਪਾਰ ਹੀ ਹੁੰਦਾ। ਹੁਣ ਜਿਹੜਾ ਗੇਟ ਬੰਦ ਨੇ ਤਾਂ ਕਿਹੜਾ ਉਹ ਡਰੱਗਸ ਸਾਡੇ ਕੋਲ ਨਹੀਂ ਆ ਰਹੀ ਹੈਗੀ, ਉਹ ਹੁਣ ਵੀ ਓਨੀ ਆ ਰਹੀ ਹੈ, ਬਲਕਿ ਹੁਣ ਤਾਂ ਬੰਦਰਗਾਹਾਂ ਰਾਹੀਂ ਜ਼ਿਆਦਾ ਆ ਰਹੀ ਹੈ। ਸੋ ਇੱਕ ਇਹ ਇਸ਼ੂ ਸੀ। ਇੱਕ ਦੂਜਾ ਇਸ਼ੂ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਸੀ, ਜਿਹੜੀ ਕਮੇਟੀ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਕਿਉਂਕਿ ਤੁਹਾਨੂੰ ਯਾਦ ਹੋਊਗਾ ਕਿ ਇਸੇ ਸਰਕਾਰ ਨੇ ਆ ਕੇ ਇੱਕ ਕਿਸਾਨਾਂ ਦੇ ਉੱਤੇ, ਐਗਰੀਕਲਚਰ ਦੇ ਉੱਤੇ, ਕਿਸਾਨਾਂ ਦੇ ਉੱਤੇ ਨਹੀਂ ਕਹੂੰਗਾ, ਐਗਰੀਕਲਚਰ ਦੇ ਉੱਤੇ ਇੱਕ ਕਮੇਟੀ ਬਣਾਈ ਸੀ। ਬਾਕੀ ਬਹੁਤ ਸਾਰੀਆਂ ਕਮੇਟੀਆਂ ਨੂੰ ਬੰਦ ਕਰਕੇ ਇੱਕ ਨਵੀਂ ਕੋਆਪਰੇਟਿਵ ਤੇ ਐਗਰੀਕਲਚਰ ਮਹਿਕਮੇ ਨੂੰ ਲੈ ਕੇ ਇੱਕ ਕਮੇਟੀ ਬਣਾਈ ਸੀ ਵਿਧਾਨ ਸਭਾ ਦੀ, ਕਿ ਉਹਨਾਂ ਦੀ ਇੱਕ ਜਿਹੜੀ ਰਿਪੋਰਟ ਆਈ ਹੈ ਉਹ ਬਹੁਤ ਮਿਹਨਤ ਕੀਤੀ ਹੋਈ ਲੱਗਦੀ ਹੈ। ਗੁਰਪ੍ਰੀਤ ਸਿੰਘ ਬਣਾਵਾਲੀ ਜਿਹੜੇ ਇਹਦੇ ਚੇਅਰਮੈਨ ਹੈਗੇ ਆ, ਉਹਨਾਂ ਨੇ ਕਾਫੀ ਸਟੱਡੀ ਕੀਤਾ ਹੈ ਔਰ ਬਹੁਤ ਸਾਰੇ ਅੱਛੇ ਸੁਝਾਅ ਵੀ ਦਿੱਤੇ ਹੈ। ਪਰ ਮੇਰਾ ਇਹ ਮੰਨਣਾ ਸੀਗਾ ਵੀ ਇਸ ਤਰ੍ਹਾਂ ਦੀਆਂ ਰਿਪੋਰਟਸ ਆਉਂਦੀਆਂ ਰਹਿੰਦੀਆਂ ਨੇ, ਜੇ ਇਹ ਸਰਕਾਰ ਆਈ ਹੈ, ਬਦਲਾਅ ਨੂੰ ਲੈ ਕੇ ਆਈ ਹੈ, ਤਾਂ ਬਦਲਾਅ ਨਜ਼ਰ ਵੀ ਆਉਣਾ ਚਾਹੀਦਾ ਹੈ। ਦੇਖੋ, ਕਮੇਟੀ ਦੀ ਰਿਪੋਰਟ ਪੇਸ਼ ਹੋ ਗਈ ਔਰ ਉਹ ਰੈਕਾਂ ਦੇ ਵਿੱਚ ਚਲੀ ਜਾਣੀਆਂ ਲਾਇਬ੍ਰੇਰੀਆਂ ਦੇ। ਅੱਛਾ ਹੁੰਦਾ ਕਿ ਇਸ ਰਿਪੋਰਟ ਦੇ ਉੱਤੇ ਇੱਕ ਦਿਨ ਬਹਿਸ ਲਈ ਰੱਖਿਆ ਲੈਂਦਾ, ਜਿਵੇਂ ਇਹਨਾਂ ਨੇ ਡਰੱਗਸ ਦੇ ਉੱਤੇ ਬਹਿਸ ਰੱਖੀ ਹੈ 22 ਤਰੀਕ ਨੂੰ। ਇਸੇ ਤਰ੍ਹਾਂ ਹੀ ਐਗਰੀਕਲਚਰ ਦੀ ਪਾਲਿਸੀ ਨੂੰ ਲੈ ਕੇ ਇੱਕ ਬਹਿਸ ਰੱਖੀ ਜਾਂਦੀ। ਐਗਰੀਕਲਚਰ ਸਾਡੇ ਲਈ, ਪੰਜਾਬ ਲਈ ਖਾਸ ਤੌਰ ਤੇ ਜਿਹੜਾ ਹੈਗਾ ਉਹ ਬਹੁਤ ਵੱਡਾ ਸਬਜੈਕਟ ਹੈ, ਸਾਡੀ ਬੈਕਬੋਨ ਹੈ। ਅਗਰ ਅਸੀਂ ਇਹਨੂੰ, ਹਜੇ ਤੱਕ ਸਾਡੇ ਕੋਲ ਕੋਈ ਨੀਤੀ ਨਹੀਂ ਹੈ। ਅਸੀਂ ਕਹਿ ਰਹੇ ਹਾਂ ਵੀ ਐਗਰੀਕਲਚਰ ਸਟੇਟ ਹੈ ਔਰ ਸਾਡੇ ਕੋਲ ਨੀਤੀ ਹੈ ਨਹੀਂ। 4 ਸਾਲ ਪਹਿਲਾਂ ਅਜੇ ਵੀਰ ਜਾਖੜ ਹੋਰਾਂ ਨੇ ਇੱਕ ਤਿਆਰ ਕੀਤੀ ਸੀ ਨੀਤੀ, 4 ਸਾਲ ਹੋ ਗਏ, ਉਹਦੇ ਤੇ ਕੋਈ ਬਹਿਸ ਨਹੀਂ ਹੋਈ। ਉਹ ਬਾਰ-ਬਾਰ ਸਰਕਾਰ ਨੂੰ ਲਿਖਦੇ ਰਹੇ ਕਿ ਇਹਨੂੰ ਵਿਧਾਨ ਸਭਾ 'ਚ ਲੈ ਜਾਓ, ਉਹਦੇ ਤੇ ਡਿਬੇਟ ਕਰ ਲਓ। ਜਿਹੜੀਆਂ ਚੀਜ਼ਾਂ ਤੁਹਾਨੂੰ ਪਸੰਦ ਨਹੀਂ ਹੈ ਇਸ ਦੀਆਂ, ਸਾਨੂੰ ਦੱਸੋ, ਅਸੀਂ ਰੀਥਿੰਕ ਕਰ ਲੈਂਦੇ ਹਾਂ। ਲੇਕਿਨ ਕੁਝ ਚੀਜ਼ਾਂ ਤਾਂ ਹੈਗੀਆਂ ਨੇ ਜਿਨ੍ਹਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ। ਔਰ ਅਸੀਂ ਪੰਜਾਬ ਹੁਣ ਇਸ ਮੁਕਾਮ ਤੇ ਪਹੁੰਚ ਚੁੱਕਿਆ ਹੈ ਜਿੱਥੇ ਸਾਡੀ ਮਤਲਬ ਕਣਕ, ਚਾਹੇ ਸਾਡਾ ਬਾਸਮਤੀ ਹੈ ਜਿਹੜਾ ਅੰਮ੍ਰਿਤਸਰ ਗੁਰਦਾਸਪੁਰ ਦਾ ਏਰੀਆ ਹੈ, ਦੇਖੋ ਪੈਸਟੀਸਾਈਡ ਦੀ ਮਾਰ ਥੱਲੇ ਹੈ। ਸਾਨੂੰ ਬਹੁਤ ਨੁਕਸਾਨ ਹੋਊਗਾ ਆਉਣ ਵਾਲੇ ਟਾਈਮ 'ਚ ਜੇ ਸਾਨੂੰ ਸਾਡੇ ਆਰਡਰਸ ਜੇ ਹੈਗੇ ਆ ਉਹ ਰਿਜੈਕਟ ਹੋਣ ਲੱਗੇ। ਬਹੁਤ ਵੱਡੀਆਂ ਵੱਡੀਆਂ ਕੰਪਨੀਆਂ, ਦਾਵਤ, ਲਾਲ ਕਿਲਾ ਟਾਈਪ ਕੰਪਨੀਆਂ ਦੇਖੋ ਸਾਡੇ ਪੰਜਾਬ ਦੀਆਂ ਹੈਗੀਆਂ ਨੇ। ਮੈਨੂੰ ਲੱਗਦਾ ਕਿ ਜੇ ਕਿਤੇ ਅਸੀਂ ਇਸ ਤੇ ਰੀਥਿੰਕ ਨਹੀਂ ਕੀਤਾ ਜਲਦੀ ਤਾਂ ਸਾਡਾ ਜਿਹੜਾ ਇਹ ਬ੍ਰਾਂਡ ਖਰਾਬ ਹੋ ਸਕਦਾ ਹੈ, ਜੋ ਸਾਨੂੰ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ ਆਉਣ ਵਾਲੇ ਦਿਨਾਂ 'ਚ। ਸੋ ਮੈਨੂੰ ਲੱਗਦਾ ਕਿ ਗੁਰਪ੍ਰੀਤ ਬਣਾਵਾਲੀ ਨੇ ਠੀਕ ਕਿਹਾ ਕਿ ਇਹਦੇ ਉੱਤੇ ਸਪੀਕਰ ਸਾਹਿਬ ਬਹਿਸ ਕਰੋ, ਇਹਨੂੰ ਰੈਕਾਂ ਦੇ ਵਿੱਚ ਰੱਖਣ ਲਈ ਨਾ ਰੱਖੋ ਰਿਪੋਰਟ ਨੂੰ, ਇਸ ਤੇ ਬਹਿਸ ਕਰੋ ਤਾਂ ਕਿ ਸਾਨੂੰ ਵੀ ਇੱਕ ਐਨਕਰੇਜਮੈਂਟ ਮਿਲੇ ਕਿ ਹਾਂ ਜੋ ਅਸੀਂ ਕੰਮ ਕੀਤਾ ਹੈ ਉਸ ਤੇ ਵਿਧਾਨ ਸਭਾ ਨੇ ਬਹਿਸ ਕੀਤੀ ਹੈ ਔਰ ਬਹਿਸ ਕਰਕੇ ਅਸੀਂ ਕਿਸੇ ਨਤੀਜੇ ਤੇ ਪਹੁੰਚੇ ਹਾਂ। ਅਸੀਂ ਉਹ ਇੱਕ ਰਾਹ ਲੱਭ ਲਿਆ, ਅਸੀਂ ਹੁਣ ਉਸ ਤੇ ਤੁਰਨ ਵੱਲ ਚੱਲੇ ਹਾਂ। ਜੀ, ਅਗਲੀ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਭਾਸਕਰ ਸਾਹਿਬ ਵੱਲ ਆਉਣ ਤੋਂ ਬਾਅਦ। 22 ਤਰੀਕ ਨੂੰ ਸਦਨ 'ਚ ਨਸ਼ਿਆਂ ਦੇ ਉੱਤੇ ਬਹਿਸ ਰੱਖ ਲਈ ਗਈ ਹੈ। ਇਹ ਬੜਾ ਇੰਪੋਰਟੈਂਟ ਵਿਸ਼ਾ ਹੈ, ਪਿਛਲੇ ਦਿਨਾਂ 'ਚ ਹਾਈ ਕੋਰਟ 'ਚ ਵੀ ਆਇਆ। ਇਹਦੇ ਵਿੱਚ 2 ਵਿਅਕਤੀਆਂ ਨੂੰ ਕੋਰਟ ਦੀ ਮਾਣਹਾਨੀ ਦੇ ਸਾਹਮਣਾ ਵੀ ਕਰਨਾ ਪਿਆ, DSP ਬਲਵਿੰਦਰ ਸੇਖੋਂ ਨੂੰ। ਮੈਂ ਭਾਸਕਰ ਸਾਹਿਬ 2 ਅਤ ਅਹਿਮ ਮਾਮਲੇ ਜਿਹੜੇ ਇਹਨਾਂ ਦਿਨਾਂ 'ਚ ਚਰਚਾ 'ਚ ਰਹੇ ਉਹਨਾਂ ਤੇ ਜਾਣਾ ਚਾਹੁੰਦਾ। ਇੱਕ ਕ੍ਰਿਸਚਨ ਭਾਈਚਾਰੇ ਨੂੰ ਲੈ ਕੇ ਪੰਜਾਬ ਪੁਲਿਸ ਨੇ ਹਾਈ ਕੋਰਟ 'ਚ ਐਫੀਡੇਵਿਟ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਥ੍ਰੈਟ ਨਹੀਂ ਹੈ।
ਔਰ ਦੂਜਾ ਮਾਮਲਾ ਕਿ ਅਜਨਾਲਾ ਵਾਲੀ ਘਟਨਾ ਤੋਂ ਬਾਅਦ ਅੰਮ੍ਰਿਤਪਾਲ ਦੇ ਸਾਥੀਆਂ ਦੇ ਖਿਲਾਫ ਜਿਹੜੀ ਪ੍ਰਕਿਰਿਆ ਸੀ ਉਹਦੇ 'ਚ ਤੇਜ਼ੀ ਆਈ। 2 ਲਾਇਸੈਂਸ ਹਥਿਆਰਾਂ ਦੇ ਰੱਦ ਕੀਤੇ ਆ ਪੰਜਾਬ ਪੁਲਿਸ ਦੀ ਨਿਸ਼ਾਨਦੇਹੀ ਤੋਂ ਬਾਅਦ, ਔਰ ਉਹ ਜੰਮੂ ਕਸ਼ਮੀਰ ਦੇ ਵਿੱਚ ਹੋਏ ਆ। ਔਰ ਇਹਦੇ ਨਾਲ ਨਾਲ ਇੱਕ ਅਖਬਾਰ ਰਿਪੋਰਟ ਪ੍ਰਕਾਸ਼ਿਤ ਕਰ ਰਹੀ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਸਕੰਜੇ ਨੂੰ ਕੱਸਿਆ ਜਾ ਸਕਦਾ, ਔਰ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਹਨੂੰ ਲੈ ਕੇ ਪਰਚੇ ਦਰਜ ਹੋਣ ਦੀ ਵੀ ਕੰਸੋ ਆ ਰਹੀ ਹੈ। ਸ਼ਾਇਦ G20 ਤੋਂ ਬਾਅਦ ਇਹਦੇ ਤੇ ਕੋਈ ਪੰਜਾਬ ਪੁਲਿਸ ਅੱਗੇ ਵੱਧਦੀ ਨਜ਼ਰ ਆਵੇ। ਇਹ 2 ਚੀਜ਼ਾਂ ਨੂੰ ਇਕੱਠਿਆਂ ਜ਼ਬਾਨ ਦਿਓ ਜ਼ਰਾ। ਜਿੱਥੇ ਤੱਕ ਕ੍ਰਿਸਚਨ ਕਮਿਊਨਿਟੀ ਦੀ ਗੱਲ ਹੈ ਰੰਧਾਵਾ ਜੀ, ਕੁਝ ਮਹੀਨੇ ਪਹਿਲੇ ਕੁਝ ਚਰਚ ਦੇ ਉੱਤੇ ਅਟੈਕ ਹੋਏ ਸੀਗੇ ਔਰ ਉਸ ਤੋਂ ਬਾਅਦ ਕਾਫੀ ਕੁਝ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਵੀ ਹੋਈ ਸੀਗੀ, ਪਰ ਚਲੋ ਕੰਟਰੋਲ ਕਰ ਲਈ ਗਈ ਸੀ। ਹੁਣ ADGP ਲਾਅ ਐਂਡ ਆਰਡਰ ਨੇ ਜਦ ਹਾਈ ਕੋਰਟ ਦੇ ਵਿੱਚ ਇਹ ਲਿਖਿਤ ਰੂਪ ਵਿੱਚ ਐਫੀਡੈਵਿਟ ਦਿੱਤਾ ਕਿ ਕ੍ਰਿਸਚਨ ਕਮਿਊਨਿਟੀ ਨੂੰ ਪੰਜਾਬ ਦੇ ਵਿੱਚ ਕੋਈ ਖਤਰਾ ਨਹੀਂ ਹੈ, ਉਹ ਦੇਣਾ ਪਿਆ। ਕਾਰਨ ਕਿ ਅਜਨਾਲਾ ਦੇ ਵਿੱਚ ਜੋ ਕੁਝ ਹੋਇਆ ਉਹਨਾਂ ਸਾਰੀ ਗੱਲਾਂ ਦੇ ਉੱਤੇ ਕ੍ਰਿਸਚਨ ਕਮਿਊਨਿਟੀ ਆਪਣੇ ਉੱਤੇ ਖਤਰਾ ਮਹਿਸੂਸ ਕਰ ਰਹੀ ਸੀ, ਤੇ ਤਾਂ ਹੀ ਕਰਕੇ ਐਫੀਡੈਵਿਟ ਦੇ ਰਾਹੀਂ ਐਨਸ਼ੋਰ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕੁਝ ਵੀ ਕਿਸੇ ਵੀ ਤਰੀਕੇ ਦਾ ਖਤਰਾ ਕ੍ਰਿਸਚਨ ਕਮਿਊਨਿਟੀ ਨੂੰ ਪੰਜਾਬ ਦੇ ਵਿੱਚ ਨਹੀਂ ਹੈ। ਈਡੀ ਦੀ ਕੁਝ ਰੇਡਾਂ ਜ਼ਰੂਰ ਹੋਈ ਸੀਗੀ ਪਿੱਛੇ, ਯਾਨੀ CBI ਦੀ ਵੀ, ਇਨਕਮ ਟੈਕਸ ਦੀ ਵੀ। ਉਹ ਕੁਝ ਪਾਦਰੀਆਂ ਦੇ ਉੱਤੇ ਜਾਂ ਕੀ ਕਹਿੰਦੇ ਆ ਜਿਹੜੇ ਹੁਣ ਅੰਕੁਰ ਨਰੂਲਾ ਜਾਂ ਬਰਜਿੰਦਰ ਸਿੰਘ ਵਰਗੇ ਲੋਕਾਂ ਦੇ ਉੱਤੇ ਕੁਝ ਰੇਡਸ ਹੋਈ ਸੀ, ਪਰ ਉਹਨੂੰ ਕ੍ਰਿਸਚਨ ਕਮਿਊਨਿਟੀ ਦੇ ਉੱਤੇ ਖਤਰੇ ਦੇ ਤੌਰ ਤੇ ਨਹੀਂ ਮੰਨਿਆ ਜਾ ਸਕਦਾ। ਗੱਲ ਅਜਨਾਲਾ ਇਨਸੀਡੈਂਟ ਦੀ ਕਰੀਏ ਤੇ ਉਹਦੇ ਵਿੱਚ DGP ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਜ਼ਰੂਰ ਸੀ ਕਿ ਬੜੀ ਛੇਤੀ CCTV ਫੁਟੇਜ ਨੂੰ ਖੰਗਾਲਣ ਤੋਂ ਬਾਅਦ ਐਕਸ਼ਨ ਜਾਂ ਫਿਰ FIR ਕੁਝ ਨਾ ਕੁਝ ਹੋਏਗਾ। ਹਜੇ ਤੱਕ ਇਹ ਗੱਲ ਉਦਾਂ ਹੀ ਤੁਰ ਰਹੀ ਹੈ, ਪਰ ਹਾਂ ਉਹ ਜਿਹੜੇ 9 ਵਿਅਕਤੀ ਜਿਹੜੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੇ ਨਾਲ ਕਾਫੀ ਸਾਰਾ ਅਸਲਾ ਲੈ ਕੇ ਤੁਰਦੇ ਨੇ, ਉਹਨਾਂ ਦੇ ਜਿਹੜੇ ਵੈਪਨ ਲਾਇਸੈਂਸ ਨੇ ਉਹਨਾਂ ਨੂੰ ਰਿਵਿਊ ਕਰਨ ਦੀ ਗੱਲ ਜ਼ਰੂਰ ਤੁਰੀ ਸੀ। ਔਰ ਕੱਲ ਕਿਸ਼ਤਵਾੜ ਜੰਮੂ ਐਂਡ ਕਸ਼ਮੀਰ ਦੇ ਵਿੱਚ ਇੱਕ ਡਿਸਟ੍ਰਿਕਟ ਹੈਗਾ ਜਿਹਦੇ ਵਿੱਚ ਵਰਿੰਦਰ ਸਿੰਘ, ਉਹ ਸਿਕਿਉਰਿਟੀ ਗਾਰਡ ਬੋਡੀਗਾਰਡ ਅੰਮ੍ਰਿਤਪਾਲ ਦਾ, ਉਹਦਾ ਵੀ ਕੱਲ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ। ਔਰ ਆਉਣ ਵਾਲੇ ਟਾਈਮ ਵਿੱਚ ਹੋਰ ਵੀ ਉਹਨਾਂ तमाम ਵਿਅਕਤੀਆਂ ਦੇ ਜਿਹੜੇ ਵੈਪਨ ਲਾਇਸੈਂਸ ਹੈ ਉਹਨੂੰ ਰਿਵਿਊ ਕਰਨ ਦੀ ਤਿਆਰੀ ਵੀ ਹੈਗੀ ਹੈ। ਇੱਕ ਅਖਬਾਰ ਦਾ ਤੁਸੀਂ ਹਵਾਲਾ ਦਿੱਤਾ, ਉਸ ਅਖਬਾਰ ਦੇ ਵਿੱਚ G20 ਤੋਂ ਬਾਅਦ, ਹਾਲਾਂਕਿ ਇਸ ਸੈਸ਼ਨ ਤੋਂ ਬਾਅਦ ਵੀ ਇਹ ਗੱਲਾਂ ਤੁਰੀ ਸੀ ਕਿ ਐਕਸ਼ਨ ਅੰਮ੍ਰਿਤਪਾਲ ਵਾਲੇ ਉਸ ਅਜਨਾਲਾ ਇਨਸੀਡੈਂਟ ਦੇ ਉੱਤੇ ਕੁਝ ਨਾ ਕੁਝ ਹੋਏਗਾ। ਹੁਣ ਇਹ ਗੱਲ ਅੱਗੇ ਜ਼ਰੂਰ ਜਾਂਦੀ ਜਾ ਰਹੀ ਹੈ, ਪਰ ਨਾਲ ਦੇ ਨਾਲ ਪੁਲਿਸ ਕਾਰਵਾਈ ਵੀ ਆਪਣੀ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ। ਭਾਸਕਰ ਸਾਹਿਬ, ਇਸ ਗੱਲ ਨੂੰ ਵੀ ਜਰਾ ਥੋੜਾ ਦੱਸ ਦਿਓ। ਤੁਸੀਂ ਇਹ ਖਬਰ 2-3 ਦਿਨ ਲਗਾਤਾਰ ਲਈ ਕਿ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਜਿਹੜੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਇੱਕ ਰੈਲੀ ਦੇ ਮੌਕੇ, ਆਗਮਨ ਮੌਕੇ ਉਹਨਾਂ ਨਾਲ ਵਾਪਰੀ ਇਨਸੀਡੈਂਟ ਸੀ, ਉਹਦੇ ਵਿੱਚ ਕੇਂਦਰ ਨੇ ਕੋਈ ਐਕਸ਼ਨ ਟੇਕਨ ਰਿਪੋਰਟ ਮੰਗੀ ਆ। ਇੱਕ ਅਖਬਾਰ ਦਾ ਇਹ ਹਵਾਲਾ, ਇਹਨੂੰ ਕਿੱਦਾਂ ਡਿਫਾਈਨ ਕਰੋਗੇ? 5 ਜਨਵਰੀ 2022 ਫਿਰੋਜ਼ਪੁਰ ਰੈਲੀ ਅਟੈਂਡ ਕਰਨ ਵਾਸਤੇ, ਐਡਰੈਸ ਕਰਨ ਵਾਸਤੇ ਪ੍ਰਧਾਨ ਮੰਤਰੀ ਪੰਜਾਬ ਆਏ ਸੀ, ਔਰ ਜਿਸ ਤਰੀਕੇ ਨਾਲ ਫਿਰੋਜ਼ਪੁਰ ਦੇ ਇੱਕ ਪੁਲ ਦੇ ਉੱਤੇ 20 ਮਿੰਟ ਪ੍ਰਧਾਨ ਮੰਤਰੀ ਦਾ ਕਾਫਲਾ ਰੁਕਿਆ ਰਿਹਾ ਕਿਉਂਕਿ ਕਿਸਾਨਾਂ ਦਾ ਅੱਗੇ ਪ੍ਰਦਰਸ਼ਨ ਸੀਗਾ। ਉਸ ਮੁੱਦੇ ਦੇ ਉੱਤੇ ਸੂਬੇ ਨੇ ਵੀ ਔਰ ਕੇਂਦਰ ਨੇ ਵੀ ਆਪਣੀ ਕਮੇਟੀਆਂ ਬਣਾਈ ਸੀ, ਪਰ ਉਸ ਤੋਂ ਉੱਤੇ ਸੁਪਰੀਮ ਕੋਰਟ ਨੇ ਇੰਟਰਵੀਨ ਕਰਕੇ ਜਸਟਿਸ ਇੰਦੂ ਮਲਹੋਤਰਾ ਦੇ ਲੀਡਰਸ਼ਿਪ ਵਿੱਚ ਇੱਕ ਹੋਰ ਕਮੇਟੀ ਦਾ ਗਠਨ ਕੀਤਾ ਸੀ, ਜਿਹਨੇ 25 ਅਗਸਤ 2022 ਨੂੰ ਸੁਪਰੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਦਿੱਤੀ ਸੀ। ਉਸ ਰਿਪੋਰਟ ਦੇ ਵਿੱਚ ਪੰਜਾਬ ਦੇ 2 ਵੱਡੇ ਅਫਸਰ, ਜਿਨ੍ਹਾਂ ਵਿੱਚ ਉਸ ਟਾਈਮ ਦੇ ਚੀਫ ਸੈਕਟਰੀ ਅਨਿਰੁੱਧ ਤਿਵਾਰੀ ਔਰ ਉਸ ਟਾਈਮ ਦੇ DGP ਸਿਧਾਰਥ ਚਟੋਪਾਧਿਆ, ਉਹਨਾਂ ਨੂੰ ਇੱਕ ਤਰੀਕੇ ਨਾਲ ਦੋਸ਼ੀ ਠਹਿਰਾਇਆ ਸੀਗਾ। ਉਹ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਹੋਈ ਹੈ। ਹੁਣ ਗੱਲਾਂ ਅੱਗੇ ਤੁਰਦੀ ਨਜ਼ਰ ਆ ਰਹੀ ਹੈ ਕਿਉਂਕਿ ਐਕਸ਼ਨ ਟੇਕਨ ਰਿਪੋਰਟ, ਕੇਂਦਰ ਨੇ, ਹੋਮ ਮਿਨਿਸਟਰੀ ਨੇ ਹੁਣ ਪੰਜਾਬ ਸਰਕਾਰ ਤੋਂ ਐਕਸ਼ਨ ਟੇਕਨ ਰਿਪੋਰਟ ਦੀ ਮੰਗ ਕੀਤੀ ਹੈ ਕਿ ਤੁਸੀਂ ਜਸਟਿਸ ਇੰਦੂ ਮਲਹੋਤਰਾ ਉਹਨਾਂ ਦੀ ਉਸ ਰਿਪੋਰਟ ਦੇ ਉੱਤੇ ਹਜੇ ਤੱਕ ਕੀ ਕਾਰਵਾਈ ਕੀਤੀ। ਫਿਲਹਾਲ ਪੰਜਾਬ ਸਰਕਾਰ ਉਸ ਮੁੱਦੇ ਤੇ ਬਹੁਤੀ ਕਾਰਵਾਈ ਕਰਨ ਦੇ ਮੂਡ ਵਿੱਚ ਨਹੀਂ ਹੈਗੀ। ਉਸ ਰਿਪੋਰਟ ਦੇ ਵਿੱਚ ਚੰਨੀ ਉਹਨਾਂ ਦਾ ਵੀ ਨਾਂ ਸੀਗਾ ਕਿਉਂਕਿ ਸਿਧਾਰਥ ਚਟੋਪਾਧਿਆ ਉਹਨਾਂ ਨੇ ਜਦ ਜਸਟਿਸ ਇੰਦੂ ਮਲਹੋਤਰਾ ਦੀ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਇਹ ਗੱਲ ਕਹੀ ਸੀ ਕਿ ਉਹ ਐਕਸ਼ਨ ਲੈਣਾ ਚਾਹੁੰਦੇ ਸੀਗੇ, ਲੇਕਿਨ ਉਸ ਵਕਤ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਸਾਨੂੰ ਮਨਾ ਕੀਤਾ ਵੀ ਕਿਸੇ ਵੀ ਤਰੀਕੇ ਨਾਲ ਫੋਰਸ ਨਾ ਯੂਜ਼ ਕੀਤੀ ਜਾਏ, ਖਾਸ ਕਰਕੇ ਕਿਸਾਨਾਂ ਦੇ ਖਿਲਾਫ, ਜਿਹਦੇ ਕਰਕੇ ਇਹ ਪ੍ਰੋਬਲਮ ਹੋਰ ਜ਼ਿਆਦਾ ਵੱਡੀ ਹੋ ਗਈ। ਹੁਣ ਇਸ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਕਿਸ ਤਰ੍ਹਾਂ ਰਿਐਕਟ ਕਰਦੀ ਹੋਈ ਨਜ਼ਰ ਆਉਂਦੀ ਹੈ, ਇਹ ਤੇ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਹਾਂ, ਐਕਸ਼ਨ ਟੇਕਨ ਰਿਪੋਰਟ ਮੰਗਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਐਕਸ਼ਨ ਦੇ ਵਿੱਚ ਆਣਾ ਹੀ ਪਏਗਾ। ਐਕਸ਼ਨ ਟੇਕਨ ਰਿਪੋਰਟ ਦੇਣੀ ਪਏਗੀ ਤੇ ਕੁਝ ਦਿਖਾਉਣਾ ਵੀ ਪਏਗਾ। ਉਹਦੇ ਲਈ ਕੋਈ ਨਾ ਕੋਈ ਤਾਂ ਕਾਗਜ਼ਾਂ ਦੇ ਢਿੱਡ ਭਰਨੇ ਪੈਣਗੇ। ਤੇ
ਹੁਣ ਕਿਉਂਕਿ ਇਸ ਘਟਨਾ ਦੀ ਸਾਰਥਿਕਤਾ ਪੰਜਾਬ ਦੇ ਵਾਤਾਵਰਣ ਦੇ ਨਜ਼ਰੀਏ ਤੋਂ ਕੋਈ ਬਚੀ ਨਹੀਂ, ਔਰ ਉਹਨਾਂ ਦੇ ਵਿੱਚੋਂ ਜਿਹੜੇ ਅਹਿਮ ਲੋਕ ਸੀ ਉਹ ਵੀ ਹਾਸ਼ੀਏ ਤੇ ਜਾ ਚੁੱਕੇ ਆ। ਸ਼ਾਇਦ ਬਹੁਤੀ ਦਿਲਚਸਪੀ ਵੀ ਕਿਸੇ ਨੂੰ ਨਾ ਹੋਵੇ, ਜੇ ਕਾਰਵਾਈ ਹੋਵੇ ਵੀ ਤਾਂ ਇਹ ਕੋਈ ਤੀਜੇ ਚੌਥੇ ਸਫੇ ਦੀ ਖਬਰ ਬਣ ਕੇ ਰਹਿ ਜਾਊਗੀ। ਇੰਦਰਪ੍ਰੀਤ ਜੀ, ਦੇਖੋ ਸਵਾਲ ਇਹ ਹੈ ਕਿ ਕਈ ਵਾਰੀ ਸਿਧਾਂਤਕ ਗੱਲਾਂ ਕੋਈ ਹੋਰ ਕਰ ਰਿਹਾ ਹੁੰਦਾ, ਲੇਕਿਨ ਪ੍ਰੈਕਟੀਕਲੀ ਉਸ ਗੱਲ ਨੂੰ ਕੋਈ ਹੋਰ ਉਠਾ ਰਿਹਾ ਹੁੰਦਾ। ਮੈਂ ਦੇਖ ਰਿਹਾ ਸੀ ਕੱਲ ਹੀ ਜਾਂ ਪਰਸੋਂ ਹਰਸਿਮਰਤ ਕੌਰ ਬਾਦਲ ਤਲਵੰਡੀ ਸਾਬੋ ਜਾ ਕੇ ਬੰਦੀ ਸਿੱਖਾਂ ਨੂੰ ਛਡਾਉਣ ਲਈ ਜਿਹੜੀ ਮੁਹਿੰਮ ਆ 30 ਲੱਖ ਲੋਕਾਂ ਦੇ ਦਸਤਖਤ ਕਰਾਉਣ ਵਾਲੀ ਸ਼੍ਰੋਮਣੀ ਕਮੇਟੀ ਦੀ, ਉੱਥੇ ਦਸਤਖਤ ਕਰ ਰਹੇ ਸੀ ਤੇ ਨਾਲ ਹੀ ਉਹ ਕਹਿ ਰਹੇ ਸੀਗੇ ਕਿ ਕੇਂਦਰ ਨਹੀਂ ਕਰ ਰਿਹਾ ਤੇ ਆਮ ਆਦਮੀ ਪਾਰਟੀ ਵੀ ਇਹਦੇ ਲਈ ਜ਼ਿੰਮੇਵਾਰ ਆ, ਕਿਉਂਕਿ ਉਹ ਭੁੱਲਰ ਨੂੰ ਨਹੀਂ ਛੱਡ ਰਹੇ ਉਹਨਾਂ ਨੇ। ਔਰ ਇਹ ਗੱਲ ਖਹਿਰੇ ਨੇ ਵੀ ਉਠਾਈ ਹੈ ਕਿ ਕਿੰਨੀ ਵਾਰੀ ਉਹ ਮੀਟਿੰਗ, ਉਹ ਕਮੇਟੀ ਇਸ ਗੱਲ ਨੂੰ ਰੱਦ ਕਰ ਚੁੱਕੀ ਹੈ ਕਿ ਅਸੀਂ ਦਵਿੰਦਰਪਾਲ ਭੁੱਲਰ ਨੂੰ ਮਾਫੀ ਦੇਣੀ ਜਾਂ ਉਹਨੂੰ ਬਾਹਰ ਕੱਢਣ ਦਾ, ਉਹਦੀ ਰਿਹਾਈ ਦੀ ਗੱਲ। ਸੋ ਇਹ ਇੱਕ ਮਾਮਲਾ ਤਾਂ ਹੈਗਾ ਹੀ ਹੈ ਕਿ ਇਸ ਮਾਮਲੇ ਨੂੰ ਸਿਧਾਂਤਕ ਤੌਰ ਤੇ ਅਕਾਲੀਆਂ ਨੂੰ ਉਠਾਉਣਾ ਚਾਹੀਦਾ ਸੀ, ਲੇਕਿਨ ਉਠਾਇਆ ਸੁਖਪਾਲ ਸਿੰਘ ਖਹਿਰਾ ਨੇ। ਦੂਜਾ ਮਾਮਲਾ ਵੀ ਇਸੇ ਤਰ੍ਹਾਂ ਦਾ ਹੈ ਕਿ ਜਿਨ੍ਹਾਂ ਨੇ ਉਠਾਉਣਾ ਸੀ ਉਹ ਇਹ ਜ਼ਾਹਰ ਕਰ ਰਹੇ ਆ ਕਿ ਅਕਾਲੀ ਦਲ ਨਾਲ ਮੇਰੇ ਰੋਸੇ ਗਿਲੇ ਤਾਂ ਹੈ, ਪਰ ਇਹ ਰੋਸੇ ਗਿਲੇ ਪਾਰਟੀ ਦੇ ਚੰਗੇ ਲਈ ਨੇ। ਇਹਨੂੰ ਹੁਣ ਵਿਧਾਨ ਸਭਾ ਦੇ ਰਿਕਾਰਡ ਤੇ ਅਯਾਲੀ ਸਾਹਿਬ ਨੇ ਦਰਜ ਕਰਾਤਾ। ਜੇ ਸਪੀਕਰ ਸਾਹਿਬ ਨੇ ਇਹ ਲਫ਼ਜ਼ ਬਾਹਰ ਨਾ ਕੱਢੇ, ਹੁਣ ਮੈਂ ਸੁਣਿਆ ਤਾਂ ਨਹੀਂ ਉਹਨਾਂ ਕਿਹਾ ਹੋਵੇ ਵੀ ਕੱਢੇ ਜਾਣ, ਪਰ ਉਹਨਾਂ ਨੇ ਸਿਧਾਂਤਕ ਤੌਰ ਤੇ ਦੋ ਗੱਲਾਂ ਇਹ ਹੈ, ਲੇਕਿਨ ਇਹਨਾਂ ਨੂੰ ਆਪਾਂ ਇੱਥੇ ਛੱਡ ਦਿੰਨੇ। ਜੇ ਕੋਈ ਸਿੰਪਲ ਟਿੱਪਣੀ ਦੇਣੀ ਹੋਈ ਤਾਂ ਜ਼ਰੂਰ ਦਿਓ। ਪਰ ਮੈਂ ਤੁਹਾਡੇ ਕੋਲ ਜਾਣਾ ਨਸ਼ਿਆਂ ਵਾਲੇ ਮੁੱਦੇ ਤੇ। ਨਸ਼ਿਆਂ ਵਾਲੇ ਮੁੱਦੇ ਤੇ ਕੌਣ ਇਹ ਮਾਮਲਾ ਲੈ ਕੇ ਆਇਆ, ਕਿਹੜੇ ਐਮਐਲਏ ਨੇ ਇਹ ਮਾਮਲਾ ਲਿਆਂਦਾ, ਜਿਹਦੇ ਤੋਂ ਬਾਅਦ ਸਪੀਕਰ ਨੇ ਇਹਦੀ ਸੰਜੀਦਗੀ ਨੂੰ ਦੇਖਦਿਆਂ ਇਹ 22 ਤਰੀਕ ਵਾਲੇ ਦਿਨ, ਸ਼ਾਇਦ ਆਖਰੀ ਦਿਨ ਹੋਊਗਾ, 2 ਘੰਟੇ ਤੇ ਬਹਿਸ ਕਰਾਉਣ ਲਈ ਕਹਿਤਾ। ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਵਾਰੀ ਬੇਅਦਬੀ ਮਾਮਲਿਆਂ 'ਚ ਬਹਿਸ ਕਰਾਉਣ ਲਈ ਵੀ ਕਿਹਾ ਸੀ, ਜਾਂ ਸਦਨ ਸਪੈਸ਼ਲ ਸੱਦ ਲਓ ਤੇ ਜਾਂ ਕਿਤੇ ਮੇਰੇ ਲਈ ਇੱਥੇ 2 ਘੰਟੇ ਰੱਖ ਲਓ। ਪਿਛਲੇ ਸੈਸ਼ਨ 'ਚ ਉਹਦੀ ਗੱਲ ਨਹੀਂ ਸੀ ਸੁਣੀ ਗਈ, ਚਲੋ ਘੱਟੋ ਘੱਟ ਨਸ਼ਿਆਂ ਤੇ ਸੁਣੀ ਗਈ। ਇਹਨੂੰ ਅੱਗੇ ਵਧਾਓ। ਰੰਧਾਵਾ ਸਾਹਿਬ, ਜਿਹੜੀਆਂ ਦੋਨੋਂ ਤੁਸੀਂ ਗੱਲਾਂ ਕੀਤੀਆਂ ਹੈਗੀਆਂ ਨੇ, ਦੇਖੋ ਉਹ ਠੀਕ ਹੈ, ਬੰਦੀ ਸਿੰਘਾਂ ਵਾਲਾ ਇਸ਼ੂ ਜਿਹੜਾ ਹੈ ਇਹ ਸਿਫਰ ਕਾਲ 'ਚ ਇਹਨੇ ਉਠਾਇਆ ਸੀ ਸੁਖਪਾਲ ਖਹਿਰਾ ਹੋਰਾਂ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਉਹ ਕਿਸੇ ਕਮਿਊਨਿਟੀ ਨਾਲ ਜਾਂ ਕਿਸੇ ਰਿਲੀਜਨ ਨਾਲ ਸੰਬੰਧਿਤ ਗੱਲ ਨਹੀਂ ਕਰ ਰਹੇ, ਉਹ ਕਿਸੇ ਵੀ ਐਸੇ ਵਿਅਕਤੀ ਦੀ ਗੱਲ ਕਰ ਰਹੇ ਆ ਜਿਹੜਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਉਹਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹਨੂੰ ਛੱਡਿਆ ਜਾਏ। ਔਰ ਸਾਨੂੰ ਮਤਲਬ ਕਾਫੀ ਉਥੇ ਮਤਲਬ ਆਸਾ ਠੱਠਾ ਜਿਹਾ ਵੀ ਕਰਦੇ ਰਹੇ, ਕਿਉਂਕਿ ਸੁਖਪਾਲ ਖਹਿਰਾ ਜਦੋਂ ਵੀ ਬੋਲਣ ਲਈ ਉੱਠਦੇ ਆ ਉਹਨੂੰ ਆਮ ਆਦਮੀ ਪਾਰਟੀ ਵਾਲੇ ਥੋੜਾ ਜਿਹਾ ਤੰਗ ਕਰਦੇ ਹੀ ਹੈ। ਤਾਂ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ, ਪਰ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਤੇ ਇੱਕ ਪ੍ਰਸਤਾਵ ਲਿਆਉਣਾ ਚਾਹੀਦਾ ਹੈ, ਵਿਧਾਨ ਸਭਾ ਦੇ ਵਿੱਚ ਇੱਕ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਹੈ ਤੇ ਉਸ ਤੇ ਬਹਿਸ ਕਰਕੇ ਇਹਨੂੰ ਸਰਵਸੰਮਤੀ ਨਾਲ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜਣਾ ਚਾਹੀਦਾ ਹੈ, ਤਾਂ ਕਿ ਉਹ ਸਾਰੀਆਂ ਸਟੇਟਾਂ ਜਿਨ੍ਹਾਂ ਸਟੇਟਾਂ ਦੇ ਵਿੱਚ ਸਾਡੇ ਕੈਦੀ ਸਜ਼ਾਵਾਂ ਪੂਰੀਆਂ ਕਰਕੇ ਬੈਠੇ ਹੈ ਉਹਨਾਂ ਨੂੰ ਛੱਡਿਆ ਜਾਏ। ਉਹਨੇ 2 ਕੇਸਾਂ ਦੀ ਉਦਾਹਰਣ ਦਿੱਤੀ, ਦਵਿੰਦਰਪਾਲ ਭੁੱਲਰ ਹੋਰਾਂ ਦੀ। ਉਹਨਾਂ ਨੇ ਕਿਹਾ ਵੀ ਇਹ ਘੱਟੋ ਘੱਟ ਤਾਂ ਮਾਮਲਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਹੀ ਹੈ, ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਹੈ, ਬੋਰਡ ਬਣਾਇਆ ਹੋਇਆ, ਉਹ ਬੋਰਡ ਹੀ 6 ਵਾਰ ਰਿਜੈਕਟ ਕਰ ਚੁੱਕਿਆ ਹੈ। ਇਸੇ ਤਰ੍ਹਾਂ ਦਾ ਇੱਕ ਕੇਸ ਉਹਨਾਂ ਨੇ ਹੋਰ ਦੱਸਿਆ, ਉਹਨਾਂ ਦਾ ਵੀ ਉਹਨਾਂ ਨੇ ਇਹੀ ਕਿਹਾ ਕਿ ਇਹ 25 ਸਾਲ ਹੋ ਗਏ ਤੇ ਹਰ ਵਾਰੀ ਜਿਹੜੇ ਪੁਲਿਸ ਐਸਐਸਪੀ ਹੈਗੇ ਪਟਿਆਲਾ ਵਾਲੇ, ਉਹ ਲਿਖ ਕੇ ਭੇਜ ਦਿੰਦੇ ਆ ਕਿ ਜੀ ਮਾਹੌਲ ਖਰਾਬ ਹੋ ਸਕਦਾ। ਉਹ ਕਹਿੰਦੇ ਵੀ ਜਿਹੜਾ ਬੰਦਾ 25 ਸਾਲ ਲਗਾ ਆ ਉਹ ਹੁਣ ਆ ਕੇ ਮਾਹੌਲ ਕੀ ਖਰਾਬ ਕਰੇਗਾ। ਸੋ ਇਹ ਉਹਨਾਂ ਨੇ ਗੱਲ ਕੀਤੀ, ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਇਹ ਇਸ਼ੂ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਉਠਾ ਰਿਹਾ ਔਰ ਮੁਹਿੰਮ ਵੀ ਛੇੜੀ ਹੋਈ ਹੈ, ਦਸਤਖਤੀ ਮੁਹਿੰਮ ਵੀ ਛੇੜੀ ਹੈ। ਹੁਣ ਜਦੋਂ ਰਾਸ਼ਟਰਪਤੀ ਉੱਥੇ ਅੰਮ੍ਰਿਤਸਰ ਆਏ ਵੀ ਸੀ ਦਰਬਾਰ ਸਾਹਿਬ, ਤਾਂ ਵੀ ਉਹਨਾਂ ਨੇ ਐਸਜੀਪੀਸੀ ਵੱਲੋਂ ਉਹਨਾਂ ਨੂੰ ਇਹ ਕਿਹਾ ਸੀ, ਇੱਕ ਦਿੱਤਾ ਸੀ ਮੈਮੋਰੈਂਡਮ ਕਿ ਜਿਹੜੇ ਬੰਦੀ ਸਿੰਘ ਹੈ ਉਹਨਾਂ ਨੂੰ ਛੱਡਿਆ ਜਾਏ। ਸੋ ਇਹ ਜੋ ਅਕਾਲੀ ਦਲ ਨੇ ਇਹ ਇਸ਼ੂ ਉੱਥੇ ਰੇਜ਼ ਨਹੀਂ ਕੀਤਾ। ਇੱਕ ਤਾਂ ਉਹਨਾਂ ਦੇ ਮੈਂਬਰ ਹੀ ਤੁਹਾਨੂੰ ਪਤਾ 3 ਨੇ, ਉਸ ਚੋਂ ਵੀ ਗੁਨੀਵ ਕੌਰ ਕੱਲ ਆਏ ਨਹੀਂ, ਪਰ 2 ਹੀ ਰਹਿ ਗਏ ਸੀਗੇ। ਤੇ ਮਨਪ੍ਰੀਤ ਔਰ ਅਯਾਲੀ ਹੋਰਾਂ ਨੇ ਜਦੋਂ ਬਹਿਸ 'ਚ ਹਿੱਸਾ ਲੈਂਦੇ ਆ ਕਿ ਹਾਂ ਇਹ ਗੱਲ ਠੀਕ ਹੈ ਤੁਹਾਡੀ ਕਿ ਉਹਨਾਂ ਨੂੰ ਇਹ ਗੱਲ ਪਾਰਟੀ ਦੀ ਜਿਹੜੀ ਉਹ ਅੰਦਰ ਹੈ, ਪਾਰਟੀ ਦੀ ਜਿਹੜਾ ਉਂਝ ਕਹੀ ਯਾਰ ਵੀ ਮੇਰਾ ਪਾਰਟੀ ਨਾਲ ਰੋਸਾ ਹੈ, ਤਾਂ ਫਿਰ ਉਹਨੂੰ ਵਿਧਾਨ ਸਭਾ 'ਚ ਤਾਂ ਦੱਸਣ ਦੀ ਲੋੜ ਹੀ ਨਹੀਂ ਸੀ। ਐਕਚੁਅਲੀ ਉਹਨਾਂ ਦਾ ਰੋਸਾ ਪਾਰਟੀ ਨਾਲ ਨਹੀਂ ਹੈ, ਪਾਰਟੀ ਲੀਡਰਸ਼ਿਪ ਨਾਲ ਹੈ। ਠੀਕ ਹੈ, ਸੁਖਬੀਰ ਬਾਦਲ ਹੋਰਾਂ ਨਾਲ ਉਹਨਾਂ ਦੇ ਸਬੰਧ ਖਰਾਬ ਹੋ ਸਕਦੇ ਆ, ਜਾਂ ਹੋਰ ਜਿਹੜੇ ਵੀ ਵਿਅਕਤੀ ਹੈਗੇ ਆ ਉਹਨਾਂ ਨਾਲ ਹੋ ਸਕਦੇ ਆ, ਪਰ ਉਹ ਕਹਿੰਦੇ ਕਿ ਪਾਰਟੀ ਤਾਂ ਮੇਰੀ ਹੈ ਔਰ ਮੈਂ ਪਾਰਟੀ ਦੀ ਬਿਹਤਰੀ ਲਈ ਜੋ ਇੱਥੇ ਉੱਠਿਆ, ਜੋ ਗੱਲ ਕਰੂੰਗਾ ਉਹਨਾਂ ਦੀ ਬਿਹਤਰੀ ਲਈ ਕਰਨੀ ਹੈ। ਤੇ ਤੀਸਰਾ ਤੁਸੀਂ ਜਿਹੜਾ ਇਸ਼ੂ ਕਿਹਾ ਡਰੱਗਸ ਵਾਲਾ,
ਡਰੱਗਸ ਦੇ ਉੱਤੇ ਐਕਚੁਅਲੀ ਥੋੜੀ ਜੀ ਇੱਕ ਬਹਿਸ ਕਿਸੇ ਹੋਰ ਇਸ਼ੂ ਤੇ ਚੱਲ ਰਹੀ ਸੀ, ਤਾਂ ਉਸ ਤੇ ਉਹ ਸੀ ਹਸਪਤਾਲਾਂ ਦੇ ਵਿੱਚ ਜਿਹੜੀ ਡਾਕਟਰਸ ਦੀ ਤੇ ਦਵਾਈਆਂ ਦੀ ਘਾਟ ਹੈ। ਉਹ ਮਤਲਬ ਜਿਹੜੇ ਹੈਲਥ ਮਿਨਿਸਟਰ ਹੈਗੇ ਆ ਬਲਬੀਰ ਸਿੰਘ, ਉਹਨਾਂ ਨੇ ਬਹੁਤ ਡਿਟੇਲਡ ਇੱਕ ਮਤਲਬ ਜਵਾਬ ਦਿੱਤਾ, ਔਰ ਸਾਰੇ ਹੀ ਜਿੰਨੇ 117 ਦੇ 117 ਐਮਐਲਏਜ਼ ਹੈਗੇ ਆ, ਉਹਨਾਂ ਨੂੰ ਇੱਕ ਆਫਰ ਵੀ ਦਿੱਤੀ ਕਿ ਉਹ ਆਪਣੇ ਹਲਕੇ ਦੇ ਸਾਰੇ ਹਸਪੀਟਲ, ਡਿਸਪੈਂਸਰੀਆਂ ਜਾਂ ਛੋਟੇ ਹਸਪੀਟਲ ਜਿੰਨੇ ਵੀ ਹੈਗੇ ਆ, ਉਹਨਾਂ ਦਾ ਇੱਕ ਡਾਟਾ ਇਕੱਠਾ ਕਰਨ ਕਿ ਉਹਨਾਂ ਦੀ ਆਬਾਦੀ ਕਿੰਨੀ ਹੈ, ਉੱਥੇ ਬੈੱਡਸ ਕਿੰਨੇ ਹੈ, ਡਾਕਟਰਸ ਕਿੰਨੇ ਹੈ, ਜਿਹੜਾ ਵੀ ਗੈਪ ਹੈਗਾ ਉਹਦੇ ਬਾਰੇ ਮੈਨੂੰ ਦੱਸਣ, ਔਰ ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਂ ਇਹਨੂੰ ਹੌਲੀ ਹੌਲੀ ਕਰਕੇ ਦੂਰ ਕਰੂੰਗਾ। ਪਹਿਲਾਂ ਮੈਂ ਡਿਸਟ੍ਰਿਕਟ ਹਸਪੀਟਲਸ ਦਾ ਸਾਰਾ ਕੰਪਲੀਟ ਕਰੂੰਗਾ, ਫਿਰ ਸਬ ਡਿਵੀਜ਼ਨ ਹਸਪੀਟਲ ਦਾ ਕਰੂੰਗਾ, ਉਸ ਤੋਂ ਬਾਅਦ ਥੱਲੇ, ਤੇ ਇਹ ਡਾਟਾ ਤੁਸੀਂ ਮੈਨੂੰ ਦਿਓ ਔਰ ਇਸ 'ਚ ਮੇਰੀ ਮਦਦ ਵੀ ਕਰੋ। ਤੇ ਤੀਸਰਾ, ਜਿਹੜਾ ਨਾਲ ਦੀ ਨਾਲ ਜਦੋਂ ਇਹ ਇਸ਼ੂ ਖਤਮ ਹੋਇਆ, ਉਦੋਂ ਹੀ ਉਹਨਾਂ ਨੇ ਇਹ ਕਿਹਾ, ਸਪੀਕਰ ਸਾਹਿਬ ਨੂੰ ਇਹ ਆਫਰ ਕੀਤੀ ਕਿ ਮੈਂ ਡਰੱਗਸ ਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਕੱਲੀ ਹੈਰੋਇਨ ਵਾਲੀ ਡਰੱਗਸ ਨਹੀਂ, ਜਿਹੜੀ ਇੱਥੇ ਮੈਡੀਕਲ ਡਰੱਗਸ ਹੈ ਉਹਦੇ ਨਾਲ ਵੀ ਸਾਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਇਹਦੇ ਉੱਤੇ ਮੈਂ ਬਹੁਤ ਮਿਹਨਤ ਕਰਕੇ ਮਤਲਬ ਆਪਣੇ ਤਿਆਰੀ ਕਰਕੇ ਲੈ ਕੇ ਆਇਆ ਕੁਝ, ਤੇ ਮੈਂ ਚਾਹਨਾ ਜਿਸ ਤਰ੍ਹਾਂ ਪਹਿਲਾਂ ਬਹਿਸ ਹੋਈਆਂ ਨੇ ਵਿਧਾਨ ਸਭਾ ਦੇ ਵਿੱਚ, ਹੈਲਥ ਦੇ ਉੱਤੇ ਬਹਿਸ ਹੋਈ ਸੀ, ਮਹਿੰਗੀਆਂ ਦਵਾਈਆਂ ਦੇ ਉੱਤੇ ਬਹਿਸ ਹੋਈ ਸੀ, ਸੇਮ ਉਸੇ ਤਰ੍ਹਾਂ ਦੀ ਬਹਿਸ ਸਾਨੂੰ ਸਾਰਿਆਂ ਨੂੰ ਨਜਿੱਠ ਕੇ ਡਰੱਗਸ ਦੇ ਉੱਤੇ ਵੀ ਕਰਨੀ ਚਾਹੀਦੀ ਹੈ। ਸਾਡੇ ਬੱਚੇ ਬਹੁਤ ਮਰ ਗਏ ਹੈ, ਔਰ ਤੁਸੀਂ ਦੇਖੋ ਮਕਬੂਲਪੁਰਾ ਦੀ ਉਹਨਾਂ ਨੇ ਸਪੈਸ਼ਲ ਉਦਾਹਰਣ ਦਿੱਤੀ, ਅੰਮ੍ਰਿਤਸਰ ਦੇ ਜਿਹੜਾ ਇਲਾਕਾ ਹੈਗਾ, ਉਹਨਾਂ ਨੇ ਕਿਹਾ ਵੀ ਸਿਰਫ ਵਿਧਵਾਵਾਂ ਹੀ ਰਹਿ ਗਈਆਂ ਉੱਥੇ। ਇਹ ਸਾਡੇ ਲਈ ਬਹੁਤ ਕੰਸਰਨਡ ਵਾਲਾ ਵਿਸ਼ਾ ਹੈ, ਔਰ ਤੁਸੀਂ ਸਪੀਕਰ ਸਾਹਿਬ ਇਸ ਤੇ ਘੱਟੋ ਘੱਟ ਇੱਕ ਦਿਨ ਪੂਰਾ ਬਹਿਸ ਲਈ ਰੱਖੋ। ਤਾਂ ਸਪੀਕਰ ਸਾਹਿਬ ਨੇ ਇਹਨੂੰ ਤੁਰੰਤ ਇਹਦਾ ਨੋਟਿਸ ਲਿਆ ਔਰ ਆਫਰ ਕੀਤੀ ਸਾਰੇ ਸਦਨ ਨੂੰ ਕਿ ਆਪਾਂ 22 ਤਰੀਕ ਨੂੰ ਇਹਦੇ ਉੱਤੇ 1 ਘੰਟਾ ਬਹਿਸ ਲਈ ਰੱਖ ਸਕਦੇ ਹਾਂ। ਪਰ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਨਹੀਂ, 1 ਘੰਟਾ ਬਹੁਤ ਘੱਟ ਹੈ, ਇਹਨੂੰ ਘੱਟੋ ਘੱਟ 2 ਘੰਟੇ ਕਰੋ। ਤਾਂ ਸਾਰਾ ਸਦਨ ਇਸ ਲਈ ਤਿਆਰ ਸੀ, ਔਰ ਮੈਨੂੰ ਲੱਗਦਾ ਕਿ 22 ਤਰੀਕ ਨੂੰ ਇਸ ਇੰਪੋਰਟੈਂਟ ਇਸ਼ੂ ਤੇ ਇੱਕ ਅੱਛੀ ਬਹਿਸ ਹੋਏਗੀ। ਸਾਰੇ ਮੈਂਬਰਸ ਨੂੰ ਇੰਨਾ ਕੁ ਟਾਈਮ ਵੀ ਦਿੱਤਾ ਹੈ ਕਿ ਉਹ ਤਿਆਰੀ ਕਰਕੇ ਆਣਗੇ। ਇਹ ਬੜਾ ਚੰਗਾ ਹੋਊਗਾ ਜੇਕਰ ਇਸ ਬਹਿਸ ਤੋਂ ਬਾਅਦ ਕੋਈ ਫੈਸਲਾ ਕੀਤਾ ਜਾਵੇ, ਕੋਈ ਨਿਰਣਾਇਕ ਹੋਇਆ ਜਾਵੇ। ਜੀ, ਜਿਹੜੇ ਲੋਕ ਨਸ਼ੇ ਦੇ ਕਾਨੂੰਨ ਥੱਲੇ ਬਹੁਤ ਛੋਟੇ-ਛੋਟੇ ਨਸ਼ੇ ਫੜੇ ਜਾਂ ਖਾਣ ਵਾਲੇ ਖਾਸ ਤੌਰ ਤੇ, ਉਹਨਾਂ ਤੇ ਸੋਚਿਆ, ਜੇਲਾਂ ਤੁੰਨੀਆਂ ਪਈਆਂ, ਤੁਸੀਂ ਉਹਨਾਂ ਲਈ ਇੱਕ ਆਮ ਮਾਫੀ ਲਿਆ ਸਕਦੇ ਹੋ। ਤੁਹਾਨੂੰ ਇਹ ਵਿਧਾਨ ਸਭਾ ਕੋਲ ਉੱਚੇ ਮਤਾ ਲਿਆਉਣ ਦੀ ਲੋੜ ਆ। ਇੱਕ ਇਸ ਤਰ੍ਹਾਂ ਦੇ ਹਜ਼ਾਰਾਂ ਲੋਕ ਜਿਹੜੇ ਅੰਦਰ ਆ, ਉਹਨਾਂ ਦੇ ਮੁੜ ਵਸੇਬੇ ਲਈ ਯਤਨ ਕਰਨੇ ਚਾਹੀਦੇ ਆ। ਜਿਹੜੇ ਬੱਚੇ ਅਸੀਂ ਗੋਲੀਆਂ ਤੇ ਲਾਤੇ ਆ, ਜਿਹੜੀ ਲਾਈਨ ਓਟ ਸੈਂਟਰਾਂ ਦੇ ਬਾਹਰ ਲੱਗਦੀ ਆ, ਸਾਲ ਤੋਂ ਲੋਕ ਇੱਕ ਉਹੀ ਗੋਲੀ ਖਾਈ ਜਾ ਰਹੇ ਆ, ਅਸੀਂ ਇੱਕ ਨਸ਼ੇ ਚੋਂ ਕੱਢ ਕੇ ਦੂਜੇ ਤੇ ਲਾਤਾ। ਇਹ ਦੇਖਣ ਵਾਲੀ ਗੱਲ ਆ ਕਿ ਇਹਨੂੰ ਕਿਵੇਂ ਨਜਿੱਠਿਆ ਜਾਵੇ। ਕਿ ਅਮਨ ਕਾਨੂੰਨ ਦੀ ਸਥਿਤੀ ਇੱਥੋਂ ਤਾਂ ਨਹੀਂ ਹੋ ਪੈਂਦੀ। ਇਹ ਸਾਰੇ ਸਵਾਲ, ਇਹਦੇ ਉੱਤੇ ਕੀ ਕੋਈ ਖਾਸ ਪਲਾਨ, ਐਕਸ਼ਨ ਪਲਾਨ ਵੀ ਰੈਡੀ ਹੋ ਜਾਊਗਾ? ਉਹਦੇ ਉੱਤੇ ਕੋਈ ਗੱਲ, ਕੋਈ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਜਾਊਗੀ, ਸੁਝਾਅ ਦਿੱਤਾ ਜਾਊਗਾ ਇਸ ਬਹਿਸ ਤੋਂ ਬਾਅਦ? ਇਹ ਵੀ ਸਾਰੀ ਗੱਲ ਆ। ਲੇਕਿਨ ਭਾਸਕਰ ਸਾਹਿਬ, ਤੁਸੀਂ ਈਡੀ ਵਾਲਾ ਮਾਮਲਾ ਜ਼ਰੂਰ ਐਡਰੈਸ ਕਰ ਦਿਓ। ਈਡੀ ਦੀ ਜਦ ਵਿੱਚ ਕੁਝ ਹੋਰ ਲੋਕਾਂ ਨੂੰ ਲਿਆਉਣ ਲਈ ਕੁਝ ਕਾਨੂੰਨੀ ਬਦਲਾਅ ਵੀ ਕੀਤੇ ਜਾ ਰਹੇ ਆ, ਔਰ ਇਹਦੇ ਨਾਲ ਕੱਲ ਕੇ ਕਵਿਤਾ ਤੇ ਅਰੁਣ ਪਿੱਲੇ ਨੂੰ ਸਾਹਮਣੇ ਬਿਠਾਇਆ ਗਿਆ ਸੀ। ਕੀ ਹੁਣ ਕੇ ਕਵਿਤਾ ਨੂੰ ਦੁਬਾਰਾ ਸੱਦਿਆ ਜਾਊਗਾ? ਇਹ ਅਹਿਮ ਸਵਾਲ ਆ, ਕਿਉਂਕਿ ਉਹ ਇੱਕ ਮੁੱਖ ਮੰਤਰੀ ਦੀ ਬੇਟੀ ਹੈ। ਔਰ ਕੱਲ ਰਾਘਵ ਚੱਡਾ ਵੀ ਬੜੇ ਜ਼ਬਰਦਸਤ ਤਰੀਕੇ ਨਾਲ ਹਮਲਾ ਕਰ ਰਹੇ ਸੀਗੇ ਕਿ ਜਿੱਥੇ ਜਿੱਥੇ ਭਾਜਪਾ ਦੇ ਖਿਲਾਫ ਪਾਰਟੀਆਂ ਨੇ, ਸਰਕਾਰਾਂ ਨੇ, ਉਹਨਾਂ ਦੇ ਬੰਦਿਆਂ ਨੂੰ ਤੰਗ ਕੀਤਾ ਜਾ ਰਿਹਾ, ਪਾਰਟੀਆਂ ਦੇ ਲੀਡਰਾਂ ਨੂੰ ਤੰਗ ਕੀਤਾ ਜਾ ਰਿਹਾ। ਸੋ ਇਹ ਸਾਰੀ ਚੀਜ਼ ਨੂੰ ਇੱਕ ਵਾਰੀ ਬਹੁਤ ਸੰਖੇਪ ਦੇ ਵਿੱਚ ਐਡਰੈਸ ਕਰ ਦਿਓ। ਰੰਧਾਵਾ ਜੀ, ਈਡੀ ਬਹੁਤ ਐਕਟਿਵ ਹੈ। ਉਹ ਐਕਟਿਵ ਹੈਗੀ ਹੈ ਉਹਨਾਂ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ। ਇਹ ਐਲੀਗੇਸ਼ਨ ਵਿਰੋਧੀ ਪਾਰਟੀਆਂ ਅਕਸਰ ਲਾਉਂਦੀ ਹੈ। ਹੁਣ ਲਾਲੂ ਪ੍ਰਸਾਦ ਯਾਦਵ ਦੇ ਅਗੇਂਸਟ ਵੀ ਸੀਬੀਆਈ, ਈਡੀ ਐਕਟਿਵ ਨੇ। ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਏ ਜਾਂ ਪੰਜਾਬ ਦੀ ਸਰਕਾਰ ਹੋਏ, ਉੱਥੇ ਵੀ ਈਡੀ ਐਕਟਿਵ ਹੈ। ਹੁਣ ਤੇਲੰਗਾਨਾ ਦੇ ਵਿੱਚ ਚੰਦਰ ਸ਼ੇਖਰ ਰਾਓ, ਉਹਨਾਂ ਦੀ ਬੇਟੀ ਕੇ ਕਵਿਤਾ, ਉਹਨਾਂ ਨੂੰ ਵੀ ਕੱਲ ਈਡੀ ਨੇ ਸੱਦਿਆ ਹੋਇਆ ਸੀਗਾ। ਉਹ ਹਾਲਾਂਕਿ ਦਿੱਲੀ ਦੇ ਵਿੱਚ ਹੀ ਵੂਮਨ ਰਿਜ਼ਰਵੇਸ਼ਨ ਬਿੱਲ ਨੂੰ ਪਾਸ ਕਰਾਉਣ ਵਾਸਤੇ ਭੁੱਖ ਹੜਤਾਲ ਤੇ ਬੈਠੀ ਸੀਗੀ। ਪਹੁੰਚ ਗਈ ਉਹ ਈਡੀ ਆਫਿਸ। ਕਰੀਬ 8-9 ਘੰਟੇ ਲਗਾਤਾਰ ਪੁੱਛਗਿੱਛ ਹੋਈ। ਅਰੁਣ ਪਿੱਲੇ ਉਹਨਾਂ ਦੇ ਸਾਹਮਣੇ ਬਿਠਾ ਦਿੱਤਾ ਗਿਆ। ਫਿਰ ਗੱਲਾਂ ਅੱਗੇ ਤੁਰਨ ਦੀ ਗੱਲ ਚੱਲੀ, ਔਰ ਬਹੁਤ ਸਾਰੀ ਗੱਲਾਂ ਇਸ ਤਰੀਕੇ ਨਾਲ ਵੀ ਕੀਤੀ ਗਈ ਜਿਹਦੇ ਵਿੱਚੋਂ ਸਬੂਤ ਜੁਟਾਉਣ ਦੀ ਕੋਸ਼ਿਸ਼ ਕੀਤੀ ਗਈ। ਮਾਰਚ 16 ਨੂੰ ਕੇ ਕਵਿਤਾ ਨੂੰ ਦੁਬਾਰਾ ਬੁਲਾ ਲਿਆ ਗਿਆ। 16 ਮਾਰਚ 17 ਮਾਰਚ ਤੱਕ ਤੁਹਾਨੂੰ ਯਾਦ ਹੋਏਗਾ ਜਦ ਮਨੀਸ਼ ਸਿਸੋਦੀਆ ਉਹਨਾਂ ਦੀ ਈਡੀ ਨੂੰ ਕਸਟਡੀ 17 ਮਾਰਚ ਤੱਕ ਦੀ ਹੈ। 16 ਮਾਰਚ ਨੂੰ ਇਹ ਐਕਸਪੈਕਟਡ ਹੈਗਾ ਕਿ ਕੇ ਕਵਿਤਾ ਤੇ ਫਿਰ ਸਾਹਮਣੇ ਮਨੀਸ਼ ਸਿਸੋਦੀਆ ਉਹਨਾਂ ਬਿਠਾ ਕੇ
ਉਹ ਪੁੱਛਗਿੱਛ ਹੋਏਗੀ ਔਰ ਕੁਝ ਸਬੂਤ ਸ਼ਾਇਦ ਨਿਕਲ ਕੇ ਵੀ ਆ ਸਕਦੇ ਨੇ। ਪਰ ਈਡੀ ਦਾ ਐਕਟਿਵ ਹੋਣਾ ਉਹਨਾਂ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਗੈਰ ਭਾਜਪਾ ਸਰਕਾਰ ਹੈ, ਇਹ ਇੱਕ ਜੰਤਰ ਮੰਤਰ ਦੇ ਵਿੱਚ ਵੀ ਇਹ ਮੁੱਦਾ ਕੱਲ ਚੁੱਕਿਆ ਗਿਆ ਸੀ, ਜਿੱਥੇ ਕਪਿਲ ਸਿੱਬਲ ਉਹਨਾਂ ਫਾਰਮਰ ਕਾਂਗਰਸ ਲੀਡਰ ਕਹਾਂਗੇ ਹੁਣ ਤੇ, ਕਿਉਂਕਿ ਰਾਜ ਸਭਾ ਦੇ ਵਿੱਚ ਇੰਡੀਪੈਂਡੈਂਟ ਨੇ, ਉਹਨਾਂ ਨੇ ਵੀ ਆਪਣੀ ਇਨਸਾਫ ਮੰਚ ਤੋਂ ਇਹ ਗੱਲ ਉਠਾਈ ਕਿ ਵੀ ਜ਼ਿਆਦਾਤਰ ਈਡੀ ਯਾਨੀ ਈਡੀ 2024 ਦੀ ਇਲੈਕਸ਼ਨ ਦੀ ਤਿਆਰੀ ਦੇ ਵਿੱਚ ਪੂਰੇ ਤਰੀਕੇ ਨਾਲ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਨਾਲ ਹੈ। ਉਹਨਾਂ ਸਾਰੇ ਸੂਬਿਆਂ ਦੇ ਵਿੱਚ ਉਹ ਵੱਡੇ ਵੱਡੇ ਲੀਡਰ ਜਿੱਥੇ ਗੈਰ ਭਾਜਪਾ ਸਰਕਾਰ ਹੈ, ਉਹਨੂੰ ਈਡੀ ਦੇ ਅੜੰਗੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਕੋਈ ਵੱਡੀ ਗੱਲ ਨਹੀਂ, ਉਹ ਸਾਰੇ ਵੱਡੇ ਲੀਡਰ ਜਿਹੜੇ ਦੂਜਾ ਮੋਰਚਾ ਜਾਂ ਤੀਜਾ ਮੋਰਚਾ ਭਾਜਪਾ ਦੇ ਖਿਲਾਫ ਬਣਾਉਣ ਦੇ ਮੂਡ ਦੇ ਵਿੱਚ ਹੈਗੇ ਨੇ, ਉਹ ਸਾਰੇ 2024 ਦੀ ਇਲੈਕਸ਼ਨ ਤੋਂ ਪਹਿਲੇ ਈਡੀ ਦੇ ਕੇਸਾਂ ਦੇ ਵਿੱਚ ਬੇਲ ਤੇ ਹੋਣ ਜਾਂ ਫਿਰ ਜੇਲ੍ਹ 'ਚ ਹੋਣ। ਇੱਦਾਂ ਦੀ ਕਵਾਇਦ ਇਲੈਕਸ਼ਨ ਦੀ ਤਿਆਰੀ ਦੇ ਉੱਤੇ ਐਲੀਗੇਸ਼ਨ ਲੱਗ ਰਹੇ ਨੇ ਭਾਜਪਾ ਦੀ ਸਰਕਾਰ ਯਾਨੀ ਕੇਂਦਰ ਸਰਕਾਰ ਦੇ ਉੱਤੇ। ਪਰ ਚਲੋ ਇਹ ਗੱਲਾਂ ਤੇ ਤੁਰਦੀਆਂ ਰਹਿੰਦੀਆਂ। ਹੁਣ ਈਡੀ ਸੋਨੀਆ ਗਾਂਧੀ ਨੂੰ ਜਦ ਬੁਲਾਉਂਦੀ ਹੈ, ਈਡੀ ਜਦ ਰਾਹੁਲ ਗਾਂਧੀ ਉਹਨਾਂ ਨੂੰ ਬੁਲਾਉਂਦੇ ਆ ਤੇ ਕਾਂਗਰਸੀ ਸੜਕਾਂ ਤੇ ਉਤਰ ਜਾਂਦੇ ਨੇ। ਫਿਰ ਮਨੀਸ਼ ਸਿਸੋਦੀਆ ਉਹਨਾਂ ਨੂੰ ਜਦ ਈਡੀ ਬੁਲਾਉਂਦੀ ਹੈ ਜਾਂ ਈਡੀ ਅਰੈਸਟ ਕਰਦੀ ਹੈ ਤੇ ਫਿਰ ਉਹੀ ਕਾਂਗਰਸ ਮਨੀਸ਼ ਸਿਸੋਦੀਆ ਉਹਨਾਂ ਦੇ ਉੱਤੇ ਵੀ ਐਲੀਗੇਸ਼ਨ ਲਾਉਂਦੇ ਨੇ। ਇਹੀ ਇੱਕ ਤਰੀਕਾ ਹੈਗਾ ਕਿ ਆਪੋਜੀਸ਼ਨ ਨੂੰ ਇਕੱਠੇ ਹੋਣ ਹੀ ਨਾ ਦਿਓ। ਜਦ ਪ੍ਰਧਾਨ ਮੰਤਰੀ ਪਾਰਲੀਮੈਂਟ 'ਚ ਇਹ ਗੱਲ ਕਹਿ ਰਹੇ ਸੀ ਨਾ ਕਿ ਈਡੀ ਸੀਬੀਆਈ ਨੇ ਇਹਨਾਂ ਸਾਰੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇੱਕ ਮੰਚ ਤੇ ਲਿਆਉਣ ਦੇ ਵਿੱਚ ਬੜੀ ਇੱਕ ਸਫਲਤਾ ਪ੍ਰਦਾਨ ਕੀਤੀ ਹੈ। ਉਹ ਆਪਣੇ ਆਪ ਵਿੱਚ ਗੱਲਾਂ ਤੇ ਸਾਰੀ ਉਸ ਪਾਸੇ ਹੀ ਤੁਰ ਰਹੀ ਹੈ, ਪਰ ਈਡੀ ਹੀ ਇੱਕ ਇਸ ਤਰ੍ਹਾਂ ਦੀ ਐਕਟੀਵਿਟੀ ਵੀ ਕਰ ਰਹੀ ਹੈ ਜਿਹਦੇ ਰਾਹੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਸਟੇਜ ਤੇ ਨਹੀਂ ਆ ਸਕਦੀ। ਇਹ ਵੀ ਗੱਲ ਸਾਹਮਣੇ ਆ ਰਹੀ। ਲਾਲੂ ਪ੍ਰਸ਼ਾਦ ਦੇ ਕਾਫੀ ਮੁਸ਼ਕਲਾਂ 'ਚ ਵਾਧਾ ਹੋਇਆ ਪਿਆ। ਇੱਕ ਉਹਨਾਂ ਦੇ ਬੰਗਲੇ ਨੂੰ ਕਿ ਜਾਂ ਮਕਾਨ ਨੂੰ ਜਿਹੜਾ 4 ਲੱਖ 'ਚ ਦਿਖਾਇਆ ਸੀ, 150 ਕਰੋੜ ਤੱਕ ਦੀ ਪ੍ਰਾਪਰਟੀ ਵਜੋਂ ਦੱਸਿਆ ਜਾ ਰਿਹਾ। ਕਾਫੀ 100 ਕਰੋੜ ਦਾ ਜ਼ਿਕਰ ਹੋ ਰਿਹਾ। ਪਤਾ ਨਹੀਂ ਇੰਨੇ ਪੈਸੇ ਬਣ ਕਿੱਦਾਂ ਜਾਂਦੇ ਤੇ ਰੱਖ ਕਿੱਥੇ ਲਏ ਜਾਂਦੇ ਆ। 2 ਨੰਬਰ 'ਚ ਤਾਂ ਸਭ ਨੂੰ ਪਤਾ ਹੁੰਦਾ ਕਿ ਇੰਨੀ ਬਰੀਕ ਛਾਨਣਾ ਲੱਗੂਗਾ ਜਦੋਂ ਵੀ। ਕਾਫੀ ਝੋਲ ਨੇ। ਹੁਣ ਮੈਨੂੰ ਲੱਗਦਾ ਅੱਜ ਕੱਲ ਤੇ ਫਿਰ ਇੰਦਰਪ੍ਰੀਤ ਜੀ ਕਰਪਸ਼ਨ ਘੱਟ ਹੁੰਦੀ ਹੋਣੀ ਆ। ਲੋਕ ਸੋਚਦੇ ਆ ਵੀ ਐਵੇਂ ਫੜੇ ਨਾ ਜਾਈਏ, ਜਾਂ ਲੋਕ ਟਲਦੇ ਨਹੀਂ। ਤੁਹਾਡੇ ਵੱਲ 2 ਸਵਾਲ ਮੈਂ ਲਿਆਉਣ ਲੱਗਿਆ। ਇੱਕ ਤਾਂ ਹੈ ਕਿ ਕੱਲ 13 ਤਰੀਕ ਹੈ, ਅੱਜ ਅਸੀਂ 12 'ਚ ਬੈਠੇ ਆ। ਇੱਕ ਵਾਰੀ ਫਿਰ ਦਿੱਲੀ ਦੇ ਵਿੱਚ ਕਿਸਾਨ ਪ੍ਰੋਟੈਸਟ ਕਰਨ ਵਾਲੇ ਆ, ਤੇ ਦੂਜੇ ਬੰਨੇ ਸਾਡੇ ਕੋਲ ਇੱਥੇ ਜੀਰਾ ਜਿਹੜਾ ਫੈਕਟਰੀ ਵਾਲਾ ਮਾਮਲਾ ਹੈ, ਮਾਲ ਬਰੋਜ਼ ਵਾਲਾ, ਉਹ ਵੀ ਅਜੇ ਕਿਸੇ ਤਣ ਪੱਤਰ ਨਹੀਂ ਲੱਗਿਆ। ਇੱਥੇ ਵੀ ਕਨਸੋ ਹੈ ਕਿ ਫਿਰ ਮੁੜ ਕੇ ਮੋਰਚੇ ਨੂੰ ਵੱਡਾ ਕੀਤਾ ਜਾਵੇ, ਅੰਦੋਲਨ ਤੇਜ਼ ਕੀਤੇ ਜਾਣ, ਸਰਕਾਰ ਨੂੰ ਯਾਦ ਕਰਾਇਆ ਜਾਵੇ ਕਿ ਤੁਸੀਂ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਸੀ। ਇਹ 2 ਮਾਮਲਿਆਂ ਨੂੰ ਐਡਰੈਸ ਕਰ ਦਿਓ। ਰੰਧਾਵਾ ਸਾਹਿਬ, ਇਹ ਦੋਨੋਂ ਹੀ ਜਿਹੜੇ ਇਸ਼ੂ ਸਰਕਾਰਾਂ ਨੂੰ ਯਾਦ ਕਰਾਉਣ ਲਈ ਹੀ ਲਗਾਇਆ ਜਾ ਰਿਹਾ ਹੈ। ਜੋ ਵੀ ਮਤਲਬ ਇਹਦੀ ਕਵਾਇਦ ਚੱਲ ਰਹੀ ਹੈ, ਉਹ ਚਾਹੇ ਸੈਂਟਰ ਗਵਰਨਮੈਂਟ ਨੂੰ ਯਾਦ ਕਰਾਉਣਾ ਹੋਵੇ ਕਿ ਉਹਨਾਂ ਨੇ ਕਿਸਾਨਾਂ ਨਾਲ 3 ਖੇਤੀ ਬਿੱਲ ਕਾਨੂੰਨ ਜਦੋਂ ਰੱਦ ਕੀਤੇ ਸੀ, ਉਸ ਤੋਂ ਬਾਅਦ ਇੱਕ ਵਾਅਦਾ ਕੀਤਾ ਸੀ ਕਿ ਇੱਕ ਕਮੇਟੀ ਬਣਾ ਕੇ MSP ਦੇ ਉੱਤੇ ਵਿਚਾਰ ਕੀਤਾ ਜਾਏਗਾ। ਤੇ ਕਿਸਾਨਾਂ ਦੀ ਮੰਗ ਵੀ ਇਹੀ ਹੈ ਕਿ ਸਾਰੀਆਂ ਫਸਲਾਂ ਦੇ ਉੱਤੇ MSP ਦੀ ਗਾਰੰਟੀ ਦਿੱਤੀ ਜਾਏ। ਔਰ ਤੁਸੀਂ ਦੇਖੋ ਕਿ ਇਹ ਮੰਗ ਹੋ ਕਿਉਂ ਰਹੀ ਹੈ। ਤੁਸੀਂ ਅੱਜ ਹਾਲਾਤ ਉਸੇ ਤਰ੍ਹਾਂ ਦੇ ਹੀ ਆ ਗਏ ਹੈ। ਤੁਸੀਂ ਦੇਖੋ ਕਿ ਅੱਜ ਜਿਹੜਾ ਖਾਸ ਤੌਰ ਤੇ ਦੁਆਬਾ ਏਰੀਆ ਹੈ, ਉਹ ਆਲੂਆਂ ਦਾ ਸੀਜ਼ਨ ਇਸ ਟਾਈਮ ਆ ਚੁੱਕਿਆ ਤੇ ਆਲੂਆਂ ਦਾ ਰੇਟ ਬੁਰੀ ਤਰ੍ਹਾਂ ਥੱਲੇ ਡਿੱਗ ਗਿਆ ਹੈ। ਮਤਲਬ ਫਾਰਮਰਸ ਕਹਿ ਰਿਹਾ ਕਿ ਉਹਨਾਂ ਦੇ ਜਿਹੜੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਹੈ। ਇਸੇ ਤਰ੍ਹਾਂ ਹੀ ਮਤਲਬ ਗੋਭੀ ਦੀ ਵੀ ਹਾਲਾਤ ਇਸੇ ਤਰ੍ਹਾਂ ਹੀ ਗੋਭੀ ਨਾਲ ਵੀ ਹੋਏ ਹੈ, ਜਿਹਦੇ ਕੋਲ ਔਰ ਇੰਨੀ ਥੱਲੇ ਚਲੇ ਜਾਂਦੇ ਹੈ ਕਿ ਜਦੋਂ ਤੁਸੀਂ ਮਾਰਕੀਟ ਚੋਂ ਖਰੀਦਣੀ ਹੋਵੇ ਨਾ, ਤਾਂ ਕਈ ਵਾਰ ਖਰੀਦਦੇ ਹੋਏ ਵੀ ਸ਼ਰਮ ਆਉਂਦੀ ਹੈ ਯਾਰ ਵੀ ਇਹ 5 ਰੁਪਏ ਕਿਲੋ 'ਚ ਵਿਚਾਰੇ ਕਿਸਾਨ ਨੂੰ ਬਣਿਆ ਕੀ ਹੋਊਗਾ, ਹੈਨਾ। ਤਾਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਪਹੁੰਚ ਜਾਂਦੇ ਆ। ਤਾਂ ਇਸ ਕਰਕੇ ਹੀ ਇਹਦੀ ਡਿਮਾਂਡ ਕਿਸਾਨ ਕਰਦੇ ਰਹੇ ਆ ਵੀ ਘੱਟੋ ਘੱਟ ਇੱਕ ਨਿਸ਼ਚਿਤ ਕੀਮਤ ਤਾਂ ਹੋਏ ਨਾ ਕਿਸੇ ਚੀਜ਼ ਦੀ, ਵੀ ਉਸ ਤੋਂ ਥੱਲੇ ਨਾ ਜਾਏ। ਉਹਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਹੈਗੀਆਂ ਨੇ, ਭਾਵੰਤਰ ਯੋਜਨਾ ਹੈਗੀ ਹੈ, ਸਰਕਾਰਾਂ ਉਸ ਚੋਂ ਪੂਰੀਆਂ ਕਰਨ, ਪਰ ਇਸ ਦੇ ਉੱਤੇ ਕੋਈ ਗਾਰੰਟੀ ਨਹੀਂ ਦਿੱਤੀ ਜਾ ਰਹੀ। ਨਾ ਹੀ ਉਹ ਕਮੇਟੀ ਬਣਾਈ ਅਜੇ ਤੱਕ। ਕਮੇਟੀ ਵੀ ਉਹ ਵਿੱਚ ਹੀ ਰੁਲੀ ਫਿਰਦੀ ਹੈ, ਕਿਉਂਕਿ ਫਾਰਮਰਸ ਨੇ ਕਿਹਾ ਵੀ ਸਾਨੂੰ ਸਾਡੇ ਨੁਮਾਇੰਦੇ ਜ਼ਿਆਦਾ ਲਓ, ਉਹ ਵੀ ਹਜੇ ਤੱਕ ਪ੍ਰੋਪਰ ਲਿੱਤੇ ਨਹੀਂ ਜਾ ਰਹੇ ਹੈ। ਤਾਂ ਹਜੇ ਤੱਕ ਉਸ ਕਮੇਟੀ ਦਾ ਵੀ ਕੁਝ ਤਣ ਪੱਤਣ ਨਹੀਂ ਲੱਗਿਆ ਹੈਗਾ। ਸੇਮ ਹੀ ਜਿਹੜੀ ਗੱਲ ਜੀਰੇ ਵਾਲੀ ਹੈਗੀ ਹੈ, ਜੀਰਾ ਦੇ ਵਿੱਚ ਕਿਹਾ ਗਿਆ ਸੀ CM ਨੇ ਕਿ ਜੇ ਅਸੀਂ ਇਹ ਬੰਦ ਕਰ ਦਾਂਗੇ। ਬੰਦ ਕਰਨਾ ਕੋਈ ਵੀ ਕਿਸੇ ਵੀ ਫੈਕਟਰੀ ਨੂੰ ਇੰਨਾ ਆਸਾਨ ਨਹੀਂ ਹੁੰਦਾ, ਉਹਦਾ ਬਹੁਤ ਪ੍ਰੋਸੀਜਰ ਹੈਗੇ ਆ। ਕੱਲ ਨੂੰ ਤੁਸੀਂ ਇੱਕ ਆਰਡਰ ਨਾਲ ਬੰਦ ਕਰ ਦੋਗੇ ਤੇ ਕੱਲ ਉਹ ਹਾਈ ਕੋਰਟ 'ਚ ਚਲੇ ਜਾਣਗੇ। ਹਾਈ ਕੋਰਟ ਨੇ ਉਹਨੂੰ ਫਿਰ ਦੁਬਾਰਾ ਤੁਹਾਡੇ ਆਰਡਰਸ ਨੂੰ ਰੱਦ ਕਰਤਾ ਤਾਂ ਫਿਰ ਕੀ ਹੋਏਗਾ। ਸੋ ਇਸ ਦੇ ਉੱਤੇ ਫਿਰ ਇੱਕ ਲਿਆ ਜਾ ਰਿਹਾ ਸੀ ਕਿ ਇਹਦੀਆਂ ਜਿਹੜੀਆਂ ਕਮੇਟੀ ਦੀਆਂ ਰਿਪੋਰਟਸ ਆਣਗੀਆਂ, ਉਸ ਦੇ ਆਧਾਰ ਤੇ ਇੱਕ ਰਿਪੋਰਟ ਤਿਆਰ ਕਰਕੇ ਫਿਰ ਉਹਨੂੰ ਬੰਦ ਕੀਤਾ ਜਾਏਗਾ।
ਸੋ ਹਜੇ ਤੱਕ ਉਹ ਜਿਹੜੀ ਪਾਣੀ ਵਾਲੀ ਰਿਪੋਰਟ ਹੈ ਹਜੇ ਤੱਕ ਨਹੀਂ ਆਈ ਹੈ। ਇਸੇ ਕਰਕੇ ਰਿਟਨ ਆਰਡਰ ਜਿਹੜਾ ਹੈਗਾ ਫੈਕਟਰੀ ਨੂੰ ਬੰਦ ਕਰਨ ਦਾ ਉਹ ਨਹੀਂ ਗਿਆ ਹੈਗਾ। ਜਿਹੜਾ ਇੱਕ ਆਰਡਰ ਗਿਆ ਸੀ ਉਹ ਉਹਨਾਂ ਦਾ ਅਲੱਗ ਤਰ੍ਹਾਂ ਦਾ ਆਰਡਰ ਹੈ। ਉਹ ਤਾਂ ਬਹੁਤ ਪੁਰਾਣੀ ਕਿਉਂ ਮੰਗ ਰਹੇ ਹੈ NOC, ਤਾਂ ਉਹ ਦਿੱਤੀ ਨਹੀਂ ਹੈ ਪੋਲੂਸ਼ਨ ਬੋਰਡ ਨੇ, ਇਸ ਕਰਕੇ ਹਜੇ ਉਹ ਚੱਲ ਨਹੀਂ ਰਹੀ ਹੈ। ਲੇਕਿਨ ਫੈਕਟਰੀ ਪੂਰੀ ਤਰ੍ਹਾਂ ਬੰਦ ਕਰਨਾ ਇੱਕ ਚੀਜ਼ ਹੈ, ਕਿਸੇ ਪੋਲੂਸ਼ਨ ਕਰਕੇ ਕੋਈ ਇੱਕ ਮੱਧ ਦੇ ਅਧੀਨ ਥੋੜੇ ਚਿਰ ਲਈ ਬੰਦ ਕਰਨਾ ਇੱਕ ਚੀਜ਼ ਹੈ। ਦੋ ਖਬਰਾਂ ਨੇ ਮੈਂ ਹੀ ਲੈ ਲੈਣਾ ਹੈ। ਇੱਕ ਤਾਂ ਟਾਈਮਸ ਗਰੁੱਪ ਨੇ ਮੁਕਤਸਰ ਪੁਲਿਸ ਵੱਲੋਂ ਜਿਹੜਾ ਪ੍ਰਾਈਵੇਟ ਫੰਕਸ਼ਨਾਂ ਲਈ ਪੁਲਿਸ ਬੈਂਡ ਹਾਇਰ ਕਰਨ ਦੀ ਖਬਰ ਦਿੱਤੀ ਹੈ ਵੀ ਕਰ ਸਕਦੇ ਹੋ। ਇਹੀ ਖਬਰ ਦੂਜੇ ਰੂਪ ਦੇ ਵਿੱਚ ਹੁਸ਼ਿਆਰਪੁਰ ਤੋਂ ਸੋਸ਼ਲ ਐਕਟਿਵਿਸਟ ਨੇ ਪ੍ਰਵਿੰਦਰ ਸਿੰਘ ਕਿਤਨਾ, ਉਹਨਾਂ ਨੇ WhatsApp 'ਚ ਮੈਨੂੰ ਭੇਜਿਆ, ਕਹਿੰਦੇ ਕਿਤੇ ਨਹੀਂ ਤੇਰਾ ਖਰਚਾ ਵੱਧਦਾ ਜੇ ਪੁਲਿਸ ਬੁਲਾ ਲਵੇਂ ਕਿਧਰੇ। ਹੁਣ ਥੱਲੇ ਜਿਹੜਾ ਉਹਨਾਂ ਨੇ ਇੱਕ ਇਸ਼ਤਿਹਾਰ ਰੂਪ ਦੇ ਵਿੱਚ ਜਾਰੀ ਹੋਇਆ ਉਹ ਭੇਜਿਆ, ਹੁਣ ਘਰੇਲੂ ਫੰਕਸ਼ਨਾਂ ਲਈ ਤੁਸੀਂ ਵੀ ਬੁੱਕ ਕਰ ਸਕਦੇ ਹੋ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦਾ ਸਰਕਾਰੀ ਬੈਂਡ। ਅੱਗੇ ਬ੍ਰੈਕਟਾਂ 'ਚ ਲਿਖਿਆ ਸਰਕਾਰੀ ਅਤੇ ਪ੍ਰਾਈਵੇਟ ਵਿਅਕਤੀਆਂ ਲਈ। ਮੈਂ ਇਹਦੀ ਪੁਸ਼ਟੀ ਨਹੀਂ ਕਰਿਆ ਵੀ ਇਹ ਪੁਲਿਸ ਦਾ ਹੀ ਹੈ, ਪਰ ਸਭ ਪੁਲਿਸ ਦਾ ਹੀ ਲੱਗਿਆ ਤੇ ਕਿਤਨਾ ਵੈਸੇ ਸਮਝਦਾਰ ਬੰਦੇ ਆ, ਭੇਜਿਆ ਤੇ ਉਹਨਾਂ ਨੇ ਥੱਲੇ ਲਿਖਿਆ ਵੀ ਤੁਸੀਂ ਕਿਰਾਏ ਤੇ ਬੁਕਿੰਗ ਲਈ ਸੰਪਰਕ ਕਰੋ ਪੁਲਿਸ ਕੰਟਰੋਲ ਰੂਮ ਪੁਲਿਸ ਲਾਈਨ ਸ਼੍ਰੀ ਮੁਕਤਸਰ ਸਾਹਿਬ। ਇਹ ਸੰਪਰਕ ਨੰਬਰ ਵੀ ਦਿੱਤਾ ਜਿਹੜਾ ਮੈਂ ਇੱਥੇ ਨਹੀਂ ਦੇਣਾ। ਪੁਲਿਸ ਲਾਈਨ ਤੋਂ ਫੰਕਸ਼ਨ ਤੱਕ ਜਾਣ ਲਈ ਗੱਡੀ ਖਰਚਾ 80 ਰੁਪਏ ਪ੍ਰਤੀ ਕਿਲੋਮੀਟਰ ਤੇ ਬਾਕੀ ਜਿਹੜਾ ਵਾ ਉਹ 1 ਘੰਟੇ ਲਈ ਬੁਕਿੰਗ ਤੇ ਜਿਹੜੀ ਉਹ ਸਾਰੇ ਰੇਟਸ ਵਗੈਰਾ ਦਿੱਤੇ ਆ। ਸਰਕਾਰ ਦੀ ਚੰਗੀ ਪਹਿਲ ਆ ਪੁਲਿਸ, ਔਰ ਇਹ ਮੁਕਤਸਰ ਪੁਲਿਸ ਦੀ ਚੰਗੀ ਪਹਿਲ ਆ ਕਿ ਆਮ ਜਨਤਾ ਦੇ ਵਿੱਚ ਔਰ ਪੁਲਿਸ ਦੇ ਵਿੱਚ ਦੂਰੀ ਘਟਾਉਣ ਲਈ। ਮੈਨੂੰ ਯਾਦ ਹੈ ਮਿਲੀਟੈਂਸੀ ਤੋਂ ਬਾਅਦ ਪੁਲਿਸ ਨੇ ਫੰਕਸ਼ਨ ਕਰਾਉਣੇ ਸ਼ੁਰੂ ਕੀਤੇ ਸੀ, ਗੁਰਦਾਸ ਮਾਨ ਤੋਂ ਲੈ ਕੇ ਬੜੇ ਵੱਡੇ, ਔਰ ਇਸ ਤਰ੍ਹਾਂ ਦੇ ਮੇਲੇ ਲਾਏ ਜਾਣ ਲੱਗ ਪਏ ਸੀ। ਉਹਦੇ ਨਾਲ ਪਤਾ ਨਹੀਂ ਕਿਹਦਾ ਫਾਇਦਾ ਹੋਇਆ ਕਿਹਦਾ ਨਹੀਂ ਹੋਇਆ, ਪਰ ਕਲਚਰ ਦੀ ਜੜੀ ਤੇਲ ਪੂਰਾ ਦਿੱਤਾ ਗਿਆ। ਇੱਥੇ ਗੱਤਕਾ ਸਿਖਾਉਣ ਦੀ ਮੁਹਿੰਮ ਵੀ ਪੁਲਿਸ ਨੂੰ ਸ਼ੁਰੂ ਹੋਈ ਸੀ, ਉਹਨੂੰ ਵੀ ਵੈਲਕਮ ਕੀਤਾ ਗਿਆ ਵੀ ਲੋੜਾਂ ਚੋਂ ਹੀ ਨਿਕਲਦੀ ਸਿਖਲਾਈ। ਜ਼ਮਾਨਾ ਰਾਕਟ ਲਾਂਚਰਾਂ ਦਾ ਹੋਵੇ ਤੇ ਉਹਦੇ ਚ ਅਸੀਂ ਗੱਤਕੇ ਗੁੱਤਕੇ ਤੋਂ ਬਿਨਾਂ ਸਾਰ ਨਹੀਂ ਸਕਦੇ, ਕਿਉਂਕਿ ਲੜਾਈਆਂ ਹੁਣ ਸਾਨੂੰ ਮੱਧ ਕਾਲ ਦੀਆਂ ਹੀ ਲੜਨੀਆਂ ਪੈਣੀਆਂ। ਕੋਈ ਕਹੂਗਾ ਇਹ ਹਾਸਾ ਠੱਠਾ ਕਰਦਿਆਂ ਤੁਸੀਂ ਕੀ ਗੱਲਾਂ ਕਰਦੇ ਹੋ, ਪਰ ਮੈਂ ਲਾਸਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੇ 81ਵੇਂ ਜਨਮ ਦਿਨ ਤੇ ਸੁੱਕੀ ਵਧਾਈ ਦੇਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਉਹਨਾਂ ਨੇ ਸ਼ਾਇਦ ਕਮਾਈ ਘਟਣ ਤੋਂ ਬਾਅਦ ਸੀਮਤ ਕਰ ਲਿਆ ਆਪਣੇ ਫੰਕਸ਼ਨ। ਏਡਾ ਵੱਡਾ ਫਾਰਮ ਹਾਊਸ, ਕੋਈ ਜਰਨਲਿਸਟ ਵੱਡੇ ਨਹੀਂ ਸੱਦੇ, ਸਾਨੂੰ ਕਿਧਰੇ 16 ਤੱਕ ਨਹੀਂ ਮਾਰੀ। ਪਰ ਉਂਝ ਮੁਬਾਰਕ ਉਹਨਾਂ ਨੂੰ ਜਨਮ ਦਿਨ ਦੀ। 24 ਦੀ ਇਲੈਕਸ਼ਨ ਲੜਨ, ਪਤਾ ਲੱਗੇ ਕੌਣ ਕਿੰਨੇ ਪਾਣੀ 'ਚ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।